ਸਤਿ ਸ੍ਰੀ ਅਕਾਲ ਜੀ। ਸਵਾਗਤ ਕਿਸ ਮੂੰਹ ਨਾਲ ਕਰੀਏ ਆਪਣੀ ਸੰਗਤ ਦਾ। ਇੱਥੇ ਹਾਲਾਤ ਇੰਨੇ ਮਾੜੇ ਨੇ, ਸ਼ਰਮਨਾਕ ਹਾਲਾਤ ਹੋ ਰਹੇ ਨੇ। ਤੁਸੀਂ ਪਿੱਛੇ ਜੇ ਤਖਤ ਪਟਨਾ ਸਾਹਿਬ ਦਾ ਇੱਕ ਵਿਵਾਦ ਸੁਣਿਆ ਹੋਊਗਾ, ਸਾਰੀ ਸੰਗਤ ਨੂੰ ਪਤਾ, ਦੁਨੀਆ ਭਰ ਦੇ ਸਿੱਖਾਂ ਨੂੰ, ਕਿ ਜਿਹਦੇ ਵਿੱਚ ਉਸ ਤਖਤ ਦੇ ਜਿਹੜਾ ਸਾਡਾ ਸਿਰਮੌਰ ਇੱਕ ਤਖਤ ਮੰਨਿਆ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ, ਉੱਥੋਂ ਦੇ ਜਿਹੜੇ ਤਖਤ ਦੇ ਸੇਵਾਦਾਰ ਸੀ ਰਣਜੀਤ ਸਿੰਘ ਗੌਹਰ ਸਾਹਿਬ, ਉਹਨਾਂ ਦੇ ਉੱਪਰ ਬੜੇ ਗੰਭੀਰ ਹਾਂਜੀ। ਐਲੀਗੇਸ਼ਨ ਲੱਗੇ ਸਨ ਭ੍ਰਿਸ਼ਟਾਚਾਰ ਦੇ। ਉਹ ਜੀ ਜੀ। ਐਲੀਗੇਸ਼ਨਾਂ ਦੇ ਕਰਕੇ ਪੰਜ ਪਿਆਰਿਆਂ ਨੇ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਸੀ। ਉਹ ਵੀ ਸਾਰੀ ਸੰਗਤ ਦੇ ਵਿੱਚ ਆਇਆ ਸੀ, ਲਾਈਵ ਸੰਗਤਾਂ ਨੇ ਦੇਖਿਆ ਸੀ। ਸਾਡੇ ਚੈਨਲ ਦੇ ਉੱਪਰ ਵੀ ਉਹ ਪੰਜ ਪਿਆਰਿਆਂ ਦੀ ਵੀਡੀਓ ਚੱਲੀ ਸੀ। ਲੇਕਿਨ ਹੁਣ ਜੀ ਸ਼ਰਮਨਾਕ, ਜੀ। ਜਿਹਨੂੰ ਆਪਾਂ ਲਾਨਤ ਕਹਿ ਸਕਦੇ ਹਾਂ, ਇੰਨਾ ਵੱਡਾ ਤੁਸੀਂ ਯਾਰ ਲੋਕ ਕਿਸ ਕਿਸਮ ਨਾਲ ਤੁਸੀਂ ਗਿਰ ਸਕਦੇ ਹੋ, ਵਿਕ ਸਕਦੇ ਹੋ, ਆਪਣੇ ਕਿਰਦਾਰ ਤੁਸੀਂ ਡੇਗ ਸਕਦੇ ਹੋ। ਤੁਹਾਨੂੰ ਕੋਈ ਸ਼ਰਮ ਨਾਂ ਦੀ ਚੀਜ਼ ਹੀ ਨਹੀਂ ਰਹਿ ਗਈ ਅੱਜ ਕੱਲ ਸਿੱਖਾਂ ਦੇ ਵਿੱਚ। ਪੰਜ ਪਿਆਰੇ ਜਿਨ੍ਹਾਂ ਨੇ ਹੂੰ। ਤਨਖਾਹ ਲਾਈ ਸੀ ਰਣਜੀਤ ਸਿੰਘ ਗੌਹਰ ਨੂੰ, ਉਹਨਾਂ ਦੇ ਵਿੱਚੋਂ ਦੋ ਪਿਆਰੇ, ਕਥਿਤ ਦੋ ਹਾਂਜੀ। ਦੋ ਪਿਆਰੇ, ਅਖੌਤੀ ਦੋ ਪਿਆਰੇ, ਉਹ ਅੱਜ ਕਹਿ ਰਹੇ ਨੇ ਕਿ ਰਣਜੀਤ ਸਿੰਘ ਜੀ ਨੂੰ ਜਿਹੜੇ ਉਹਦੇ ਉੱਪਰ ਐਲੀਗੇਸ਼ਨ ਲੱਗੇ ਸੀ ਉਹ ਗਲਤ ਲੱਗ ਗਏ, ਉਹ ਤਾਂ ਬੇਕਸੂਰ ਆ। ਹੱਦ ਹੁੰਦੀ ਹੈ ਯਾਰ ਤੁਹਾਡੀ। ਤੁਸੀਂ ਜੀ। ਇੱਕ ਜੀ ਤਾਂ ਉਹਨਾਂ ਦੇ ਵਿੱਚੋਂ ਸੁਖਦੇਵ ਸਿੰਘ ਪਿਆਰਾ, ਅਖੌਤੀ ਪਿਆਰਾ, ਜਿਹੜਾ ਉਦੋਂ ਜਿਹਦੇ ਉੱਪਰ ਰਣਜੀਤ ਸਿੰਘ ਗੌਹਰ ਨੇ ਖੁਦ ਇਤਰਾਜ਼ ਜਤਾਇਆ ਸੀ ਕਿ ਇਹਦੀ ਉਮਰ ਘੱਟ ਆ, ਇਹ ਪੰਜ ਪਿਆਰਿਆਂ ਦੇ ਵਿੱਚ ਸ਼ਾਮਲ ਹੋਣ ਦੇ ਜੀ। ਜੀ ਲਾਇਕ ਹੀ ਨਹੀਂ ਹੈਗਾ। ਤੇ ਅੱਜ ਉਸੇ ਹੀ ਜੀ। ਜੀ ਅਖੌਤੀ ਪਿਆਰੇ ਨੂੰ ਆਧਾਰ ਬਣਾ ਕੇ ਰਣਜੀਤ ਸਿੰਘ ਗੌਹਰ ਹੋਣਾ ਨੂੰ ਦੁਬਾਰਾ ਡਿਊਟੀ ਦੇ ਉੱਪਰ ਜੁਆਇਨ ਕਰਵਾ ਲਿਆ ਗਿਆ। ਇਹ ਤੁਸੀਂ ਯਾਰ ਲੋਕ ਕਿਹੋ ਜੀ ਹੂੰ। ਮਾਨਸਿਕਤਾ ਆ ਇੱਥੇ। ਹੁਣ ਆਪਾਂ ਕੱਲੇ ਪਟਨਾ ਸਾਹਿਬ ਦੀ ਗੱਲ ਨਹੀਂ ਹੈਗੀ, ਇੱਥੇ ਪੰਜਾਬ ਦੇ ਜਿਹੜੇ ਅਖੌਤੀ ਸਾਡੇ ਜਥੇਦਾਰ ਜੀ। ਨੇ, ਉਹਨਾਂ ਨੇ ਵੀ ਜਲੂਸ ਕਢਾਏ ਹੋਏ ਨੇ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਜੇ ਜਦੋਂ ਹੂੰ। ਬਲਾਤਕਾਰੀ ਡੇਰਾ ਮੁਖੀ ਨੂੰ ਮਾਫੀ ਦੇ ਦਿੱਤੀ ਗਈ ਸੀ, ਔਰ ਉਹਦੇ ਇਵਜ਼ ਦੇ ਵਿੱਚ, ਉਹਦੇ ਪ੍ਰਚਾਰ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਲੱਖਾਂ ਰੁਪਏ ਦੇ, ਜਿਹੜਾ ਕਿਹਾ ਜਾਂਦਾ ਕਿ 55 ਲੱਖ ਦੇ ਇਸ਼ਤਿਹਾਰ ਦੇ ਕੇ ਪ੍ਰਚਾਰ ਕੀਤਾ ਸੀ ਕਿ ਬਹੁਤ ਵਧੀਆ ਕੰਮ ਹੋ ਗਿਆ। ਤੁਹਾਨੂੰ ਕੋਈ ਹਾਂਜੀ। ਸ਼ਰਮ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ। ਔਰ ਜੀ ਜੀ। ਇੱਕ ਗੱਲ ਹੋਰ ਵੀ ਬਣਦੀ ਆ ਕਿ ਇਹਦੇ ਵਿੱਚ ਕੁਝ ਜਿਹੜੇ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੈਗੀ, ਜਾਂ ਕਹਿ ਲਓ ਕਿ ਅੰਨੇ ਭਗਤ ਨੇ, ਅੰਨੇ ਸ਼ਰਧਾਲੂ ਨੇ, ਉਹ ਅੱਜ ਕੱਲ ਰੌਲਾ ਹਾਂਜੀ। ਪਾਉਂਦੇ ਨੇ ਕਿ ਤੁਸੀਂ ਇਹ ਚੀਜ਼ਾਂ ਬਾਹਰ ਕਿਉਂ ਲੈ ਕੇ ਆਉਂਦੇ, ਇਹਦੇ ਨਾਲ ਸਿੱਖਾਂ ਦੀ ਬੇਇੱਜ਼ਤੀ ਹੋ ਰਹੀ ਹੈ। ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਅੰਦਰ ਦੱਬੀਆਂ ਸੀ ਦੱਸੋ। ਕਰਕੇ ਇਹ ਲੋਕ ਸਾਰਾ ਕੰਮ ਕਰੀ ਜਾਂਦੇ ਸੀ, ਹੂੰ। ਜਿਹਦੇ ਕਰਕੇ ਇਹ ਬਿਮਾਰੀ ਬਹੁਤ ਜ਼ਿਆਦਾ ਵੱਧ ਗਈ। ਸਿੱਖਾਂ ਨੇ ਕੋਈ ਇਨੀਸ਼ੀਏਟਿਵ ਲਿਆ ਨਹੀਂ, ਸਿੱਖਾਂ ਨੇ ਕਦੇ ਕੋਈ ਪਹਿਲ ਕਦਮੀ ਕੀਤੀ ਨਹੀਂ, ਜਿਸ ਕਰਕੇ ਅੱਜ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਹਾਂਜੀ। ਇਹਨਾਂ ਨੂੰ ਇਸ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ। ਹੁਣ ਹੱਦ ਹੋ ਗਈ ਯਾਰ। ਤੁਸੀਂ ਪੰਜ ਪਿਆਰੇ, ਤੁਹਾਨੂੰ ਕੌਮ ਜਿਹੜੀ ਆ ਮੰਨਦੀ ਆ। ਗੁਰੂ ਗੋਬਿੰਦ ਸਿੰਘ ਨੇ ਕਦੇ ਤੁਹਾਡਾ ਹੁਕਮ ਮੰਨਿਆ ਸੀ? ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਖੁਦ ਤੁਹਾਡੇ ਅੱਗੇ ਆਪਣੇ ਆਪ ਨੂੰ ਨਕਮਸਤਕ ਕੀਤਾ, ਤੁਹਾਡੇ ਸਾਹਮਣੇ ਚੁੱਕਿਆ। ਤੁਸੀਂ ਉਸ ਪਦਵੀ ਨੂੰ ਕਿੰਨਾ ਵੱਡਾ ਹਾਂਜੀ। ਕਲੰਕ ਲਾ ਰਹੇ ਹੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਪੰਜ ਪਿਆਰੇ ਹੂੰ। ਕਹਿਣ ਲੱਗਿਆ, ਤੁਹਾਨੂੰ ਪਿਆਰੇ ਕਹਿਣ ਲੱਗਿਆ ਵੀ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ। ਹਾਂਜੀ। ਸੋ ਮੇਰੇ ਨਾਲ ਤਖਤ ਜੀ ਪਟਨਾ ਜੀ। ਸਾਹਿਬ ਤੋਂ ਜੁੜੇ ਹੋਏ ਨੇ ਜੌਲ ਸਾਹਿਬ, ਇਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ, ਜੋ ਉੱਥੋਂ ਦੀ ਕਮੇਟੀ ਦੇ ਮੈਂਬਰ ਵੀ ਨੇ। ਉਹਨਾਂ ਦੇ ਕੋਲੋਂ ਸਾਰੀ ਗੱਲਬਾਤ ਜਾਣਾਂਗੇ, ਕਿਉਂਕਿ ਉੱਥੇ ਸੰਗਤ ਬੜੇ ਵੱਡੇ ਪ੍ਰੋਟੈਸਟ ਦੇ ਵਿੱਚ ਆ। ਤੇ ਰਣਜੀਤ ਸਿੰਘ ਗੌਹਰ ਹੋਣੀ ਆਪਣੀ ਸਿਕਿਉਰਿਟੀ ਦਾ, ਜਿਹੜੀ ਉਹਨਾਂ ਨੂੰ ਸੈਂਟਰ ਸਰਕਾਰ ਨੇ ਦਿੱਤੀ ਹੋਈ ਆ, Y+ ਸਿਕਿਉਰਿਟੀ ਸ਼ਾਇਦ ਮਿਲੀ ਹੋਈ ਆ, ਉਹਦੀ ਇੱਕ ਜਿਹੜੀ ਹੁੰਦੀ ਆ ਜੀ। ਪੁਲਿਸ ਵਾਲਿਆਂ ਦੀ ਬੰਦੂਕਾਂ ਦੀ, ਜਿਹੜੀ ਦਿਖਾ ਕੇ ਕਿਸਮ ਦਾ ਰੋਬ ਮਾਰ ਕੇ, ਤੇ ਉਹ ਇਸ ਟਾਈਮ ਦੁਬਾਰਾ ਫਿਰ ਡੈਸ਼ ਉੱਥੇ ਡੈਸ਼ ਕਾਬਜ ਹੋਣ ਦੀ ਡੈਸ਼। ਕੋਸ਼ਿਸ਼ ਕਰ ਰਹੇ ਨੇ। ਅਸੀਂ ਜੌਲ ਸਾਹਿਬ ਤੋਂ ਸਾਰੇ ਹਾਲਾਤ ਜਾਣਾਂਗੇ। ਜੌਲ ਸਾਹਿਬ, ਸਵਾਗਤ ਤੁਹਾਡਾ। ਨਹੀਂ ਹੋ ਸਕਦਾ ਕਿਉਂਕਿ ਆਪਣੇ ਹਾਲਾਤ ਹੀ ਇਹੋ ਜਿਹੇ ਮਾੜੇ ਨੇ, ਕੋਈ ਆਪਾਂ ਖੁਸ਼ੀ ਵਾਲੀ ਗੱਲ ਨਹੀਂ ਕਰ ਰਹੇ ਇੱਥੇ। ਸਭ ਤੋਂ ਪਹਿਲਾਂ ਸਾਨੂੰ ਦੱਸੋ ਜੀ ਕਿ ਜੀ। ਜੀ ਪਟਨਾ ਜੀ। ਸਾਹਿਬ ਦੇ ਹਾਲਾਤ ਕੀ ਨੇ ਇਸ ਟਾਈਮ? ਉੱਥੇ ਸੰਗਤ ਬੜਾ ਵੱਡਾ ਪ੍ਰੋਟੈਸਟ ਕਰ ਰਹੀ ਹੈ। ਮਿਹਰਬਾਨੀ ਜੀ। ਜਸਪਾਲ ਜੀ, ਤੁਹਾਡਾ ਬੜਾ ਸ਼ੁਕਰੀਆ। ਤੁਸੀਂ ਸਾਨੂੰ ਚਾਂਸ ਦਿੱਤਾ ਔਰ ਟਾਈਮ ਦਿੱਤਾ ਇਹਦੇ ਵਿੱਚ ਸੰਗਤ ਦੇ ਸਾਹਮਣੇ ਆਉਣ ਦਾ ਔਰ ਸੱਚ ਲਿਆਉਣ ਦਾ। ਦੇਖੋ ਜੀ, ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਆ, ਮੈਂ ਉਹ ਦੁਬਾਰਾ ਕਰਦਾ ਹਾਂ ਕਿ ਇਸੇ ਸੁਖਦੇਵ ਸਿੰਘ ਨੂੰ ਇਹ ਬਾਰ-ਬਾਰ ਕਹਿ ਕੇ ਤੇ ਚਾਰ ਪਿਆਰੇ ਕਹਿੰਦਾ ਸੀ ਕਿ ਚਾਰ ਪੰਜ ਹੈ ਹੀ ਨਹੀਂ ਹੈ, ਚਾਰ ਨੇ, ਜੀ ਰਣਜੀਤ ਸਿੰਘ ਜੀ ਗੌਰ। ਔਰ ਮੈਂ ਸਭ ਤੋਂ ਤਾਜੁਬ ਦੀ ਗੱਲ ਇਹ ਸੁਖਦੇਵ ਸਿੰਘ ਬਾਰੇ ਤੇ ਦਲੀਪ ਸਿੰਘ ਬਾਰੇ ਕਰਨੀ ਚਾਹੁੰਦਾ ਕਿ ਇਹ ਜਿਹੜਾ ਹੁਕਮਨਾਮਾ ਦਿੱਤਾ ਸੀ, ਲਿਖਿਆ ਸੀ, ਉਹਦੇ ਵਿੱਚ ਵੀ ਸੁਖਦੇਵ ਜੀ ਦੀ ਜ਼ਿਆਦਾ ਰਾਏ ਲਈ ਗਈ ਔਰ ਜ਼ਿਆਦਾ ਚੱਲੀ। ਮੇਰੇ ਖਿਆਲ ਇਹਨਾਂ ਦੇ ਹੱਥਾਂ ਨਾਲ ਲਿਖਿਆ ਗਿਆ ਹੋਵੇ। ਦੂਸਰੀ ਗੱਲ ਕਿ ਉਹ ਹੁਕਮਨਾਮਾ ਪੜ੍ਹ ਕੇ ਸੁਣਾਉਣ ਵਾਲਾ ਸਾਡੇ ਭਾਈ ਸਾਹਿਬ ਇਹ ਜਿਹੜੇ ਹੁਣ ਨੇ
ਦਲੀਪ ਸਿੰਘ ਜੀ ਜਿਹੜੇ ਕਹਿ ਰਹੇ ਨੇ ਕਿ ਇਹਨਾਂ ਨਾਲ ਨਿਹੱਕ ਹੋ ਗਈ ਆ। ਮੈਂ ਕਹਿਣੀ ਚਾਹੁੰਦਾ ਆ ਕਿ ਜਦੋਂ ਅੱਜ ਉਸ ਗੱਲ ਨੂੰ 2 ਮਹੀਨੇ ਲੰਘ ਗਏ ਨੇ, 2 ਮਹੀਨੇ ਦੇ ਵਿੱਚ ਇਹਨਾਂ ਨੂੰ ਕੋਈ ਖਿਆਲ ਨਹੀਂ ਆਇਆ ਕਿ ਸਾਡੇ ਕੋਲ ਇੰਨੀ ਵੱਡੀ ਜਿਹੜੀ ਗਲਤੀ ਹੋ ਚੁੱਕੀ ਆ, ਜਾਂ ਇਹ ਉਦੋਂ ਹੀ ਕਿਉਂ ਮੰਨੇ? ਇਹਨਾਂ ਨੂੰ ਕਿਹੜੀ ਤੋਪ ਗਾੜੀ ਖੜਾ ਕੀਤਾ ਸੀ ਜਿਹੜਾ ਡਰਦੇ ਮੰਨ ਗਏ? ਔਰ ਇਹ ਹੁਣ ਕਿਉਂ ਦੁਬਾਰਾ ਉਸ ਗੱਲ ਨੂੰ ਆਪਣੀ ਤਾਰੀਫਾਂ ਉਹਦੀ ਤਾਰੀਫ ਕਰ ਰਹੇ ਆ, ਦੁਬਾਰਾ ਆਪਣੇ ਸਟੈਂਡ ਤੋਂ ਥਿੜਕ ਰਹੇ ਆ? ਦੇਖੋ ਜੀ, ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਆ ਕਿ ਇਹ ਰਣਜੀਤ ਸਿੰਘ ਗੌਰ ਇੱਥੇ ਬੈਠ ਕੇ ਜਿਹੜੀ ਇਹਨਾਂ ਨੂੰ ਸਿਕਿਉਰਿਟੀ ਮਿਲੀ ਆ ਨਾ ਸੈਂਟਰ ਗਵਰਨਮੈਂਟ ਵੱਲੋਂ, ਪਤਾ ਨਹੀਂ ਕਿਉਂ ਮਿਲੀ ਆ, ਰੱਬ ਜਾਣੇ ਉਹ ਕੀ ਸੋਚ ਕੇ ਇਹਨੂੰ ਦਿੱਤੀ ਗਈ ਆ, ਕਾਦੇ ਵਾਸਤੇ ਦਿੱਤੀ ਗਈ, ਕੀ ਕਿੱਥੋਂ ਇਹਨੂੰ ਜਾਨ ਨੂੰ ਖਤਰਾ ਆ, ਕਾਦੇ ਤੋਂ ਖਤਰਾ ਆ, ਇਹ ਪ੍ਰਮਾਤਮਾ ਜਾਣਦਾ ਜਾਂ ਉਹ ਦੇਣ ਵਾਲੇ ਜਾਣਦੇ ਨੇ। ਉਹ ਸਿਕਿਉਰਿਟੀ ਦਾ ਨਜਾਇਜ਼ ਫਾਇਦਾ ਆਪਣੀ ਦਬੰਗਈ ਦਿਖਾਉਂਦਿਆਂ ਹੋਇਆਂ, ਜਿਹਨੂੰ ਇੱਥੇ ਬਿਹਾਰ ਦੇ ਵਿੱਚ ਕਹਿ ਦਿੰਦੇ ਆ, ਆਪਣਾ ਬਾਹੂਬਲ ਦਿਖਾਉਂਦਿਆਂ ਹੋਇਆਂ ਇਹ ਉੱਥੇ ਬੈਠੇ ਹੋਏ ਆ, ਇੰਨੇ ਦਿਨ ਦੇ ਸੱਜੇ ਹੋਏ ਆ, ਔਰ ਉੱਥੇ ਬੈਠ ਕੇ ਆਪਣੀ ਵਿਉਂਤਬੰਦੀ ਨੂੰ ਰਚੀ ਗਏ ਆ, ਜਿਹਦਾ ਸ਼ਿਕਾਰ ਮੇਰੇ ਖਿਆਲ ਸੁਖਦੇਵ ਤੇ ਦਲੀਪ ਸਿੰਘ ਹੋ ਗਏ ਆ। ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਜਨਰਲ ਸਕੱਤਰ ਸੀਗਾ ਔਰ ਜਿਹੜਾ ਸਕੱਤਰ ਸੀਗਾ, ਇਹਨਾਂ ਨੇ ਵੀ ਬਹੁਤ ਵੱਡੀ ਗਲਤੀ ਕਰਕੇ ਔਰ ਇਹਨਾਂ ਨੂੰ ਦੁਬਾਰਾ ਅੰਦਰ ਐਂਟਰੀ ਕਰਾਉਣ ਦਾ ਚਾਂਸ ਦੇ ਦਿੱਤਾ। ਪਰ ਮੈਂ ਸਦਕੇ ਜਾਵਾਂ ਉੱਥੇ ਦੀ ਸੇਵਾਦਾਰੀ ਦੇ, ਉੱਥੇ ਦੇ ਸੇਵਾਦਾਰਾਂ ਦੇ, ਸਟਾਫ ਦੇ, ਸੰਗਤ ਦੇ, ਜਿਨ੍ਹਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਇਸ ਨੂੰ ਉੱਥੋਂ ਭਜਾਇਆ ਔਰ ਇਹ ਕਥਾ ਵਿੱਚੇ ਛੱਡ ਕੇ ਬਾਹਰ ਭੱਜਾ। ਮੇਰੇ ਕਹਿਣ ਤੋਂ ਭਾਵ ਇਹ ਆ ਕਿ ਅੱਜ 3 ਦਿਨ ਹੋ ਗਏ ਸੰਗਤ ਨੂੰ ਉੱਥੇ ਰੋਸ ਮੁਜ਼ਾਹਰਾ ਕਰਦੇ ਆ। ਕੋਈ ਵੱਡੇ ਤੋਂ ਵੱਡਾ ਲੀਡਰ ਪੰਜਾਬ ਦਾ, ਦਿੱਲੀ ਦਾ ਜਾਂ ਹੋਰ ਕਿਸੇ ਪਾਸੇ ਦਾ ਇਹ ਨਹੀਂ ਬੋਲਿਆ ਕਿ ਇੰਨੀ ਵੱਡੀ ਹਰਕਤ ਹੋ ਗਈ ਆ। ਸੰਗਤ ਠੀਕ ਹੈ ਬੋਲ ਰਹੀ ਆ, ਪਰ ਸਾਨੂੰ ਇਹਦੇ ਵਿੱਚ ਸਾਰੇ ਜ਼ਿੰਮੇਵਾਰ ਬੰਦਿਆਂ ਨੂੰ ਇਹ ਪੰਚ ਪ੍ਰਧਾਨੀ ਜਿਹੜੀ ਗੁਰੂ ਨੇ ਸਿਰਫ ਖਾਲਸੇ ਪੰਥ ਨੂੰ ਬਖਸ਼ੀ ਆ, ਔਰ ਤੁਸੀਂ ਸਮਝੋ ਕਿ ਇਹ ਬਖਸ਼ੀ ਨਹੀਂ, ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਪੰਚ ਪ੍ਰਧਾਨੀ ਨੂੰ ਮੰਨ ਕੇ, ਪੰਜ ਪਿਆਰਿਆਂ ਦੇ ਹੁਕਮ ਨੂੰ ਮੰਨ ਕੇ ਚਮਕੌਰ ਦੀ ਗਲੀ ਛੱਡੀ ਆ, ਇਹ ਇਤਿਹਾਸ ਕਹਿੰਦਾ ਹੈ। ਔਰ ਕਈ ਐਸੇ ਚਾਂਸ ਆਏ ਉਸ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਸਾਡਾ ਜਿਹੜਾ ਸਭ ਤੋਂ ਵੱਡਾ ਬਾਦਸ਼ਾਹ ਸਿੱਖਾਂ ਦਾ, ਖਾਲਸਾ ਪੰਥ ਦਾ ਆਗੂ ਹੋਇਆ ਹੈ, ਜਦ ਉਹਨੂੰ ਅਕਾਲ ਤਖਤ ਸਾਹਿਬ ਨੇ ਤਲਬ ਕੀਤਾ, ਇਹਨਾਂ ਨੂੰ ਕੋੜੇ ਖਾਣੇ ਪਏ ਪੰਥ ਕੋਲੋਂ, ਪੰਥ ਦੇ ਗਾੜੀ ਨਿਉ ਕੇ ਉਹਨਾਂ ਨੇ ਫੈਸਲਾ ਕੀਤਾ, ਐਡੇ ਵੱਡੇ ਰਾਜੇ ਨੇ। ਉਸ ਤੋਂ ਬਾਅਦ ਇੱਧਰ 84 ਤੋਂ ਬਾਅਦ ਆਈਏ, ਬੂਟਾ ਸਿੰਘ ਵਰਗੀਆਂ ਸ਼ਖਸੀਅਤਾਂ ਨੇ ਜਾ ਕੇ ਉੱਥੇ ਝੋਲੀ ਅੱਡ ਕੇ ਮਾਫੀ ਮੰਗੀ, ਬਰਨਾਲਾ ਸਾਹਿਬ ਨੇ ਮੰਗੀ, ਗਲ 'ਚ ਸਲੇਟ ਪਾ ਕੇ ਕਿਹਾ ਕਿ ਮੈਂ ਗੁਰੂ ਦਾ ਦੇਣਦਾਰ ਹਾਂ, ਮੈਂ ਗੁਰੂ ਦਾ ਸੇਵਕ ਹਾਂ, ਗੁਰੂ ਦਾ ਦੇਣਦਾਰ ਹਾਂ। ਇਹ ਸਾਰੀਆਂ ਗੱਲਾਂ ਸਮਾਜ ਦੇ ਸਾਹਮਣੇ ਨੇ, ਪਰ ਫਿਰ ਵੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇੰਨਾ ਵੱਡਾ ਜਿਹੜਾ ਸਾਨੂੰ ਪ੍ਰਮਾਤਮਾ ਨੇ, ਇੰਨਾ ਵੱਡਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਚ ਪ੍ਰਧਾਨੀ ਦਾ ਰੁਤਬਾ ਦਿੱਤਾ ਸੀਗਾ, ਉਹਨੂੰ ਇਹਨਾਂ ਨੇ ਤੋੜਨ ਦੀ ਔਰ ਉਹਨੂੰ ਇਹਨਾਂ ਨੇ ਖਿੰਡ ਪੁੰਡ ਕਰਨ ਦੀ ਕੋਸ਼ਿਸ਼ ਕੀਤੀ। ਇਹ ਬਹੁਤ ਹੀ ਮਾੜੀ ਹਰਕਤ ਕੀਤੀ ਆ, ਇਹਦੇ ਵਾਸਤੇ ਜਿੰਨੀ ਨਿੰਦਾ ਕਰੀਏ ਉਨੀ ਥੋੜੀ ਆ। ਪਰ ਹਾਂਜੀ ਜਵਲ ਸਾਹਿਬ, ਮੈਂ ਪੁੱਛਣਾ ਚਾਹੁੰਦਾ ਕਿ ਇਹ ਜਿਹੜੀ ਦੁਬਾਰਾ ਪ੍ਰੋਬਲਮ ਕ੍ਰੀਏਟ ਕੀਤੀ ਗਈ ਆ, ਨਵੇਂ ਸਿਰਿਓਂ ਸਿੱਖਾਂ ਦਾ ਜਲੂਸ ਕੱਢਣ ਦਾ ਇੱਕ ਕਹਿ ਲੋ ਕਿ ਸਕ੍ਰਿਪਟ ਲਿਖੀ ਗਈ ਆ, ਡਰਾਮਾ ਕੀਤਾ ਗਿਆ ਆ, ਇਹਦੀ ਸ਼ੁਰੂਆਤ ਕਿਹਨੇ ਕੀਤੀ, ਕਿਵੇਂ ਹੋਈ ਤੇ ਕਦੋਂ ਹੋਈ? ਇਹਦੇ ਬਾਰੇ ਥੋੜੀ ਸੰਗਤ ਨੂੰ ਜਾਣਕਾਰੀ ਦਿਓ ਵੀ ਆਖਰ ਉਹ ਕਿਹੜਾ ਬੰਦਾ ਐਸਾ ਆ ਗਿਆ ਵੀ ਜਿਹਨੇ ਜਦੋਂ ਹੋ ਗਈ ਗੱਲਬਾਤ ਹੋ ਗਈ। ਦੇਖੋ ਜੀ, ਇਹ ਬੜੇ ਚਿਰ ਤੋਂ ਜਦੋਂ ਤੋਂ ਉੱਥੇ ਬੈਠੇ ਆ ਨਾ, ਇਹ ਤਨਖਾਹੀਆ ਹੋਣ ਤੋਂ ਬਾਅਦ ਵੀ ਉੱਥੇ ਬੈਠੇ ਆ, ਉੱਥੇ ਬੈਠ ਕੇ ਰੋਜ਼ ਹੀ ਨਵੇਂ ਤਰੀਕੇ ਨਾਲ ਕੋਈ ਨਾ ਕੋਈ ਤਰੀਕਾ ਆਪਣਾ ਲੱਭਦੇ ਆ ਜਿਹੜਾ ਕਿਸੇ ਨਾ ਕਿਸੇ ਤੇ ਪ੍ਰੈਸ਼ਰ ਪਾਇਆ ਜਾਏ। ਇਹਨਾਂ ਨੇ ਜਿਹੜੀ ਸਾਡੀ ਪ੍ਰਬੰਧਕ ਕਮੇਟੀ ਇਸ ਵੇਲੇ ਬੋਰਡ ਆ, ਜਿਹੜਾ ਪ੍ਰਬੰਧ ਦੇ ਵਿੱਚ ਆ, ਜਿਹੜੇ 4-5 ਸਾਡੇ ਅਹੁਦੇਦਾਰ ਨੇ, ਉਹਨਾਂ ਦੇ ਵਿੱਚੋਂ ਖਾਸ ਕਰਕੇ 2 ਅਹੁਦੇਦਾਰ ਜਿਹੜੇ ਸਕੱਤਰ ਤੇ ਜਨਰਲ ਸਕੱਤਰ ਸਾਹਿਬ, ਉਹ ਇਹਦੇ ਪ੍ਰਭਾਵ ਥੱਲੇ ਨੇ ਸ਼ੁਰੂ ਤੋਂ। ਉਹ ਸ਼ੁਰੂ ਤੋਂ ਹੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਵਿਅਕਤੀ ਨੂੰ ਦੁਬਾਰਾ ਤਖਤ ਸਾਹਿਬ ਤੇ ਲਿਆਂਦਾ ਜਾਏ, ਜਦ ਕਿ ਉਹਨਾਂ ਨੇ ਇਸ ਗੱਲ ਦਾ ਵੀ ਲਿਹਾਜ਼ ਨਹੀਂ ਕੀਤਾ ਕਿ ਜਿਹੜਾ ਪ੍ਰਧਾਨ ਸੀਗੇ ਸਾਡੇ ਹਿੱਤ ਸਾਹਿਬ, ਉਹਨਾਂ ਨੇ ਦੁਨੀਆ ਤੋਂ ਜਾਣ ਤੋਂ ਪਹਿਲਾਂ ਕੋਈ ਨਾਮ ਤਾਂ ਹੋਊਗਾ ਉਹਨਾਂ ਲੋਕਾਂ ਦਾ, ਕੌਣ ਕੋਸ਼ਿਸ਼ ਕਰ ਰਿਹਾ ਸੀ? ਇੰਦਰਜੀਤ ਸਿੰਘ ਤੇ ਖਨੂਜਾ ਸਾਹਿਬ, ਜਿਹੜੇ ਸਕੱਤਰ ਤੇ ਜਨਰਲ ਸਕੱਤਰ, ਮੈਂ ਤੇ ਕਹਿ ਰਿਹਾ ਤੁਹਾਨੂੰ ਕਿ ਇਹ ਸ਼ੁਰੂ ਤੋਂ ਹੀ ਤਤਪਰ ਸੀਗੇ ਇਹਨਾਂ ਨੂੰ ਦੁਬਾਰਾ ਵਾੜਨ ਵਾਸਤੇ, ਔਰ ਇਹਨਾਂ ਨੇ ਹੀ ਚਿੱਠੀ ਦੇ ਕੇ ਦੁਬਾਰਾ ਇੱਕ ਕੁਕਰਮ ਕੀਤਾ ਹੈ। ਔਰ ਮੈਂ ਮਤਲਬ ਸਮਝ ਲਓ ਵੀ ਇਹਨਾਂ ਵਿਅਕਤੀਆਂ ਨੇ, ਇਹ ਰਣਜੀਤ ਸਿੰਘ ਗੌਰ ਤੋਂ ਵੀ ਵੱਡੇ ਇਹ ਦੋਖੀ ਨੇ, ਇਹ ਦੋਵੇਂ ਵਿਅਕਤੀ ਸਿੱਖ ਪੰਥ ਦੇ,
ਜਿਹੜਾ ਇੰਨਾ ਵੱਡਾ ਮਾਣ ਮੱਤਾ ਸਾਡਾ ਇਤਿਹਾਸ ਹੈ, ਉਹਨੂੰ ਇਹਨਾਂ ਨੇ ਰੋਲਣ ਦੀ ਕੋਸ਼ਿਸ਼ ਕੀਤੀ। ਇਹਨਾਂ ਦੋਵਾਂ ਵਿਅਕਤੀਆਂ ਨੇ। ਗੁਰੂ ਸਾਹਿਬ ਤੇ ਇਹਨਾਂ ਨੂੰ ਮਾਫ ਨਹੀਂ ਕਰੇਗਾ, ਸੰਗਤ ਵੀ ਮੇਰੇ ਖਿਆਲ ਕਦੀ ਜ਼ਿੰਦਗੀ 'ਚ ਇਹਨਾਂ ਨੂੰ ਮਾਫ ਨਹੀਂ ਕਰੇਗੀ ਕਿਸੇ ਵੀ ਥਾਂ ਦੀ। ਔਰ ਇਹਨਾਂ ਨੂੰ ਗੁਰੂ ਸਾਹਿਬ ਕਿਤੇ ਵੀ ਢੋਈ ਨਾ ਦੇਵੇ, ਐਸੇ ਵਿਅਕਤੀਆਂ ਨੂੰ ਜਿਨ੍ਹਾਂ ਨੇ ਇੰਨਾ ਵੱਡਾ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਆ। ਜੇ ਇਹਨਾਂ ਨੂੰ ਕੁਝ ਦਿਸਦਾ ਸੀ ਤੇ ਇਹਨਾਂ ਨੂੰ ਇਹ ਪਤਾ ਨਹੀਂ ਆ ਕਿ ਕਦੀ ਦੋ ਪਿਆਰਿਆਂ ਦੇ ਫੈਸਲੇ ਵੀ ਹੋ ਸਕਦੇ ਆ, ਉਹ ਵੀ ਮੰਨੇ ਜਾਂਦੇ ਆ। ਜਦ ਪੰਜ ਨੇ ਬੈਠ ਕੇ ਇਕੱਠਿਆਂ ਉਹਨਾਂ ਨੂੰ ਤਨਖਾਹੀਆ ਕੀਤਾ ਆ, ਤੇ ਜੋ ਫੈਸਲਾ ਸੀ ਪੰਜਾਂ ਦਾ ਹੋਣਾ ਚਾਹੀਦਾ। ਪਰ ਇਹਨਾਂ ਨੇ ਹੱਦ ਮੁਕਾਤੀ। ਇਹਨਾਂ ਨੂੰ ਮੇਰੇ ਖਿਆਲ ਇਹ ਸਾਰਾ ਹੀ ਅੰਡਰ ਟੇਬਲ ਪੈਸੇ ਦਾ ਖੇਲ ਆ। ਔਰ ਇਹ ਬਹੁਤ ਵੱਡੇ ਪੱਧਰ ਤੇ ਦੇਖੋ ਜੀ, ਦੋ ਚੀਜ਼ਾਂ ਇਸ ਵਿਅਕਤੀ ਕੋਲ ਹੈਗੀਆਂ ਨੇ। ਇੱਕ ਬਾਹੂਬਲ ਦਾ ਮਤਲਬ ਜਿਹੜੀ ਨਾਲ ਫੌਜ ਲਈ ਫਿਰਦਾ ਸਰਕਾਰੀ। ਦੂਜੀ ਗੱਲ, ਜੇ ਫੌਜ ਨਾ ਹੋਵੇ ਨਾ ਤੇ 5 ਮਿੰਟਾਂ ਤੋਂ ਪਹਿਲਾਂ ਇਹ ਪਟਨਾ ਛੱਡ ਜੇ ਨਾ ਛੱਡ ਜੇ ਤੇ ਮੇਰਾ ਨਾਂ ਹਰਪਾਲ ਸਿੰਘ ਜੌਲ ਨਹੀਂ। ਅੱਜ ਇਹਦੀ ਸਕਿਉਰਟੀ ਲੱਥ ਜੇ, ਲੱਭੇਗਾ ਨਹੀਂ ਪਟਨੇ ਦੇ ਵਿੱਚ ਜੀ। ਇਹਨੇ ਜਿੰਨੇ ਕੁਕਰਮ ਕੀਤੇ ਆ, ਸੰਗਤ ਇਹਨੂੰ ਪੁੱਛ ਮਾਰ ਦੇਗੀ, ਚਪੇੜਾ ਨਹੀਂ ਮਾਰੇਗੀ, ਇਹਨੂੰ ਕਹੇਗੀ ਵੀ ਕੁਛ ਨਹੀਂ, ਇਹਦੀ ਜਾਨ ਵੀ ਨਹੀਂ ਲਏਗੀ, ਲੇਕਿਨ ਇਹਨੇ ਸਵਾਲ ਕਰੇਗੀ ਕਿ ਇਹਨੂੰ ਭੱਜਣਾ ਪੈ ਜਾਏਗਾ। ਪਰ ਇਹ ਵਿਅਕਤੀ ਦੋ ਚੀਜ਼ਾਂ ਕਰਕੇ ਬਹੁਤ ਹੀ ਇੱਥੇ ਪ੍ਰਭਾਵ ਪਾ ਰਿਹਾ ਹੈ। ਇੱਕ ਪੈਸੇ ਕਰਕੇ, ਔਰ ਇੱਕ ਉਹ ਆਪਣੀ ਫੌਜੀ ਜਿਹੜੀ ਵਰਦੀ ਲਈ ਫਿਰਦਾ ਨਾਲ ਉਹਨਾਂ ਦੇ ਕਰਕੇ। ਇਹ ਪੈਸੇ ਦੇ ਪ੍ਰਭਾਵੀ ਇਹ ਖੇਲਾ ਹੋਇਆ। ਇਹ ਜਿੰਨਾ ਕੁਝ ਹੁਣ ਦੁਬਾਰਾ ਹੋਇਆ ਔਰ ਸੰਗਤ ਦੇ ਵਿਰੋਧ ਨਾਲ ਹੁਣ ਰੁਕਿਆ ਅੱਜ, ਇਹ ਸਾਰਾ ਕਾਰਨ ਹੀ ਹੈਗਾ ਪੈਸੇ ਦਾ। ਜਿਹੜਾ ਪੈਸਾ ਇਹਦੇ ਕੋਲ ਸਾਡੇ ਪ੍ਰਧਾਨ ਸਾਹਿਬ ਵੀ ਦੱਸ ਕੇ ਗਏ ਆ ਵੀ ਕਿਤਨਾ ਨਜਾਇਜ਼ ਢੰਗ ਨਾਲ ਇਹਨੇ ਪੈਸਾ ਗੁਰੂ ਘਰ ਦਾ ਜਿਹੜਾ ਇਕੱਠਾ ਆਪਣੇ ਕੋਲ ਕੀਤਾ ਹੈ। ਔਰ ਦੇਖੋ ਸਾਰੀਆਂ ਚੀਜ਼ਾਂ ਪ੍ਰਤੱਖ ਸਾਹਮਣੇ ਆਉਂਦੀਆਂ ਰਹੀਆਂ। ਡਾਕਟਰ ਸਾਹਿਬ ਨੇ ਸਾਰੇ ਆਪਣੇ ਪ੍ਰੂਫ ਦਿੱਤੇ। ਉਸ ਦੇ ਬਾਵਜੂਦ ਵੀ ਇਹ ਤੇ ਇੱਕ ਬਹੁਤ ਵੱਡੀ ਵਿਚਾਰ ਦਾ ਵਿਸ਼ਾ ਸੀਗਾ, ਜਿਹੜਾ ਮਿੰਟ 'ਚ ਉਹਨਾਂ ਨੇ ਅੰਦਰ ਵਾਤਾ, ਹੱਦ ਕਰਤੀ। ਇਹਨਾਂ ਨੇ ਕੀ ਕਮਾਲ ਕਰਤੀ ਜੀ ਹੈ। ਜੇ ਇਸ ਮੁੱਦੇ ਦੇ ਉੱਤੇ 8 ਘੰਟੇ ਪੰਜਾਂ ਪਿਆਰਿਆਂ ਨੂੰ ਲੱਗੇ ਤਨਖਾਹ ਲਾਉਣ ਵਾਸਤੇ, ਉਹਨਾਂ ਨੂੰ ਦੁਬਾਰਾ ਵੜਨ ਵਾਸਤੇ ਇਹਨਾਂ 5 ਮਿੰਟ ਨਹੀਂ ਲਾਏ। ਔਰ ਮੇਰੇ ਖਿਆਲ ਇਹ ਸਾਰੇ ਦਾ ਸਾਰਾ ਜਿਹੜਾ ਖੇਲ ਹੈ ਪੈਸੇ ਦਾ ਆ, ਲਾਲਚ ਦਾ ਆ, ਇਸ ਤੋਂ ਉੱਪਰ ਕੁਝ ਨਹੀਂ। ਪਰ ਕੌਮ ਨੇ ਪੈਸੇ ਦਿੱਤੇ ਕਿੰਨੇ ਆ? ਰਣਜੀਤ ਸਿੰਘ ਗੌਰ ਤਾਂ ਕਹਿੰਦੇ ਕਿ ਮੈਂ ਤਾਂ ਕਦੇ 50,000 ਵੀ ਇਕੱਠਾ ਨਹੀਂ ਵੇਖਿਆ। ਫਿਰ ਉਹ ਇੰਨੇ ਜੇ ਖਰੀਦੋ ਫਰੋਖਤ ਹੋਈ ਆ, ਫਿਰ ਪੈਸੇ ਕੌਣ ਦੇ ਰਿਹਾ? ਮਹਾਰਾਜ ਰਣਜੀਤ ਸਿੰਘ ਗੌਰ ਜੇ ਕਹਿੰਦਾ ਮੈਂ 50,000 ਇਕੱਠਾ ਨਹੀਂ ਵੇਖਿਆ, ਇਹ ਇਸ ਤੋਂ ਵੱਡਾ ਹੋਰ ਝੂਠ ਕੋਈ ਹੋ ਹੀ ਨਹੀਂ ਸਕਦਾ। ਉਹ ਆਪ ਹੀ ਕਹਿੰਦਾ ਕਿ ਮੈਂ ਕਰੋੜਾਂ ਰੁਪਏ ਆਪਣੇ ਹੱਥੀ ਲਿਆ ਕੇ ਤਖਤ ਸਾਹਿਬ ਨੂੰ ਦਿੰਦਾ ਰਿਹਾ ਆ, ਔਰ ਜਿਹੜੇ ਕਰੋੜਾਂ ਰੁਪਏ ਲਿਆ ਕੇ ਦਿੰਦਾ ਰਿਹਾ ਆ, ਉਹਦੇ ਵਿੱਚੋਂ ਕਿੰਨੇ ਇਧਰ ਉਧਰ ਜਾਂਦੇ ਰਹੇ ਉਹੀ ਜਾਣਦੇ ਨੇ। ਅਸੀਂ ਤੇ ਇਹਨਾਂ ਗੱਲਾਂ ਦੇ ਬਾਰੇ ਸ਼ੁਰੂ ਤੋਂ ਹੀ 4 ਸਾਲ ਪਹਿਲਾਂ ਤੋਂ ਹੀ ਮੈਂ ਖਾਸ ਕਰਕੇ ਇਕੱਲਾ ਆਪਣੀ ਤਰਫੋਂ ਇਹ ਆਵਾਜ਼ ਨੂੰ ਚੁੱਕਦਾ ਆ ਜੀ। ਪਰ ਉਦੋਂ ਇਹ ਮੈਜੋਰਿਟੀ ਦੇ ਵਿੱਚ ਸਨ, ਔਰ ਇਹ ਜਦੋਂ ਸਾਨੂੰ ਤਨਖਾਹੀਆ ਕੀਤਾ ਵੀ ਬੇਕਸੂਰ ਕੀਤਾ ਸੀ। ਪਰ ਅਸੀਂ ਤੇ ਚਲੋ ਉਸ ਗੱਲ ਵੱਲ ਜਾਂਦੇ ਨਹੀਂ। ਮੈਂ ਸਿਰਫ ਇਹਨੂੰ ਇੱਕ ਗੱਲ ਕਹੀ ਸੀ ਵੀ ਇਹ ਜਿਹੜੀ ਪੋਸਟ ਹੈ, ਜਿਹੜੀ ਜਗ੍ਹਾ ਹੈ, ਜਿਹੜੀ ਕੁਰਸੀ ਹੈ, ਜਿਹੜੀ ਇਹ ਤਖਤ ਦੀ ਜਥੇਦਾਰੀ ਨਹੀਂ ਹੈ, ਕੌਮ ਦੀ ਆ। ਕੱਲ ਇਹਦੇ ਤੇ ਕੋਈ ਚੰਗਾ ਬੰਦਾ ਆਏਗਾ, ਇਨਸਾਫ ਪਸੰਦ ਬੰਦਾ ਆਏਗਾ, ਲੋਕ ਉੱਤੇ ਵੀ ਯਕੀਨ ਨਹੀਂ ਕਰਨਗੇ ਜੇ ਅਸੀਂ ਰੌਲਾ ਪਾਇਆ ਤੇ। ਮੈਂ ਕਿਹਾ ਤੂੰ ਚੁੱਪ ਕਰਕੇ ਸਜ਼ਾ ਲਾਈ, ਅਸੀਂ ਚਲੇ ਗਏ। ਅਸੀਂ ਗੁਰੂ ਦਾ ਭਾਣਾ ਮੰਨ ਕੇ ਹਰ ਜਗ੍ਹਾ ਚਲੇ ਗਏ। ਪਰ ਇਸ ਬੰਦੇ ਨੂੰ 2 ਮਹੀਨੇ ਵੀ ਇਹ ਜੇਰਾ ਨਹੀਂ ਕਰ ਸਕਿਆ। ਇਹ ਪੈਸੇ ਦੇ ਜ਼ੋਰ ਨਾਲ ਅੰਦਰ ਵੜ ਗਿਆ ਫਿਰ। ਔਰ ਗੁਰੂ ਕਲਗੀਧਰ ਪਾਤਸ਼ਾਹ ਦਾ ਜੋ ਉੱਥੇ ਪਹਿਰਾ ਆ, ਜੋ ਸੰਗਤ ਦਾ ਰੁਤਬਾ ਆ, ਜੋ ਸੰਗਤ ਦੀ ਏਕਤਾ ਆ, ਇਸ ਕੰਮ 'ਚ ਦਿਖਾਈ, ਉਹਦੇ ਕਰਕੇ ਇਹਨੂੰ ਦੁਬਾਰਾ ਮੂੰਹ ਦੀ ਖਾਣੀ ਪੈ ਗਈ ਔਰ ਇਹਨੂੰ ਉੱਥੋਂ ਹਟਣਾ ਪੈ ਗਿਆ। ਹੁਣ ਇਹ ਆਪਣੇ ਕਮਰੇ 'ਚ ਬੈਠਾ, ਫਿਰ ਕੋਈ ਨਾ ਕੋਈ ਖੇਲ ਕਰ ਹੀ ਰਿਹਾ। ਮੈਂ ਇੱਕ ਸਵਾਲ ਪੁੱਛਦਾ ਵੀ ਜਿੱਦਣ ਇਹਨਾਂ ਨੂੰ ਅਨਾਉਂਸਮੈਂਟ ਹੋਈ ਕਿ ਤੁਸੀਂ ਦੁਬਾਰਾ ਬਤੌਰ ਉੱਥੇ ਸੇਵਾਦਾਰ ਕੰਮ ਕਰ ਸਕਦੇ ਹੋ, ਜਦੋਂ ਇਹ ਕਥਾ ਕਰਨ ਲੱਗੇ ਜਾਂ ਉਦੋਂ ਫਿਰ ਸੰਗਤ ਦਾ ਰਿਐਕਸ਼ਨ ਕੀ ਹੋਇਆ? ਕਥਾ ਕਿੰਨੇ ਮਿੰਟ ਤੱਕ ਇਹਨਾਂ ਨੇ ਕੀਤੀ ਜਾਂ ਕੀ ਬੋਲਣਾ ਚਾਹੁੰਦੇ ਸੀ? ਸਿਕਿਉਰਿਟੀ ਅੰਦਰ ਸੀ, ਸਿਕਿਉਰਿਟੀ ਬਾਹਰ ਸੀ? ਹਾਲਾਤ ਥੋੜੇ ਜਿਹਾ ਬਿਆਨ ਕਰੋ ਸੰਗਤ ਨੂੰ। ਇਹ ਪਹਿਲਾਂ ਅਚਾਨਕ ਹੀ ਸੰਗਤ ਨੇ ਦੇਖਿਆ ਇਹ ਰਹਿਰਾਜ ਸਾਹਿਬ ਦਾ ਪਾਠ ਕਰਨ ਡਏ। ਜਦੋਂ ਰਹਿਰਾਜ ਸਾਹਿਬ ਦਾ ਪਾਠ, ਇਹਨਾਂ ਨੂੰ ਇੱਕ ਚੈਨਲ ਉੱਥੇ ਚੱਲਦਾ ਆ, ਗੁਰਬਾਣੀ ਚੈਨਲ ਜਨਹਿਤ, ਔਰ ਇੱਕ ਹੋਰ ਚੈਨਲ ਆ ਸ਼ਾਇਦ, ਹੈ ਨਾ, ਸੰਗਤ ਚੈਨਲ ਕਰਕੇ। ਉਹਦੇ ਵਿੱਚ ਸਾਨੂੰ ਵੀ ਕਿਸੇ ਨੇ ਦੇਖ ਕੇ ਦੱਸਿਆ ਕਿ ਤੁਸੀਂ ਲਾਓ, ਦੇਖੋ ਲਾਈਵ ਬੈਠਾ ਹੈ ਰਣਜੀਤ ਸਿੰਘ ਤੇ ਅੰਦਰ ਰਹਿਰਾਸ ਕਰ ਰਿਹਾ। ਅਸੀਂ ਉਸ ਤੋਂ ਬਾਅਦ ਸਾਰਿਆਂ ਨੂੰ ਕੰਟੈਕਟ ਕੀਤਾ, ਲਾਗੇ ਸੰਗਤ ਨੂੰ, ਜਿੰਨੀ ਅਸੀਂ ਤੇ ਦੂਰ ਬੈਠੇ ਵੈਸਟ ਬੰਗਾਲ 'ਚ ਬੈਠੇ ਆ। ਮੇਰੀ ਸਾਰੇ ਆਪਣੇ ਨਾਲ ਦੇ ਸਿੰਘਾਂ ਨਾਲ ਗੱਲ ਹੋਈ, ਖਾਸ ਕਰਕੇ ਰਾਜਾ ਸਿੰਘ ਹੁਣਾਂ ਨਾਲ ਗੱਲ ਹੋਈ। ਉਸੇ ਵੇਲੇ ਸਮਾਂ ਖਰਾਬ ਕਰਨ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਏ। 10-15 ਮਿੰਟਾਂ 'ਚ ਸਾਰੀ ਸੰਗਤ ਉੱਥੇ ਪਹੁੰਚ ਗਈ। ਇਹ ਰਹਿਰਾਸ ਸਾਹਿਬ ਦਾ ਪਾਠ ਤੋਂ ਸਮਾਪਤੀ ਕਰਕੇ ਦਲੀਪ ਸਿੰਘ ਨੇ, ਨਹੀਂ, ਇਹ ਮੇਰੇ ਖਿਆਲ ਆਰਤੀ ਸਾਹਿਬ ਇਹਨੇ ਪੜ੍ਹੀ, ਦਲੀਪ ਸਿੰਘ ਨੇ ਅਰਦਾਸ ਕੀਤੀ।
ਉਹਨੇ ਚਿਰ ਨੂੰ ਸੰਗਤ ਉੱਥੇ ਪਹੁੰਚ ਗਈ। ਸੰਗਤ ਪਹੁੰਚ ਗਈ। ਸੰਗਤ ਦੇ ਪਹੁੰਚਣ ਤੋਂ ਪਹਿਲਾਂ ਇਹ ਕਥਾ ਤੇ ਬੈਠਾ ਸੀ। ਓਕੇ। ਉਸੇ ਵੇਲੇ ਸੰਗਤ ਨੇ ਮਾਈਕ ਨੂੰ ਖਿੱਚਣੇ ਸ਼ੁਰੂ ਕਰਤੇ, ਰੌਲਾ ਪਾਉਣਾ ਸ਼ੁਰੂ ਕੀਤਾ, ਔਰ ਇਹ ਭੱਜ ਕੇ ਜਾ ਕੇ ਗੁਰੂ ਮਹਾਰਾਜ ਦੇ ਜਨਮ ਸਥਾਨ ਦੇ ਅੰਦਰ ਵੜ ਗਿਆ, ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰੀਦਾ ਆ, ਜਿੱਥੇ ਪਿੱਛੇ ਸੁਖਾਸਨ ਕਰੀਦਾ ਆ, ਜਿੱਥੇ ਮੰਜਾ ਸਾਹਿਬ ਆ ਵੱਡਾ, ਉਹਦੇ ਲਾਗੇ ਪਿੱਛੇ ਹਟ ਕੇ ਬੈਠ ਗਿਆ। ਸੰਗਤ ਰੌਲਾ ਪਾਉਂਦੀ ਰਹੀ, ਔਰ ਇਹਦੇ ਜਿਹੜੇ ਬਾਡੀਗਾਰਡ ਸੀ ਇਹਦੇ 4 ਚੁਫੇਰੇ ਪਿੱਛੇ ਬਾਹਰਲੇ ਪਾਸੇ ਖਲੋ ਗਏ। ਉਸ ਤੋਂ ਬਾਅਦ ਸੰਗਤ ਜਦੋਂ ਰੌਲਾ ਪਾਉਂਦੀ ਬਾਹਰ ਆ ਗਈ, ਤੇ ਫਿਰ ਇਹ ਬਹੁਤ ਚਿਰ ਬਾਅਦ ਅੰਦਰੋਂ ਨਿਕਲ ਕੇ ਬਾਹਰ ਗਿਆ। ਔਰ ਬਾਹਰ ਜਦੋਂ ਇਹਨਾਂ ਦੇ ਸੰਗਤ ਦੇ ਲਾਗੋਂ ਦੀ ਨਿਕਲਿਆ, ਸੰਗਤ ਨੇ ਪੂਰਾ ਰਿਐਕਟ ਕੀਤਾ, ਪੂਰਾ ਇਹਦੇ ਖਿਲਾਫ ਨਾਰੇ ਲਾਏ, ਇਹਨੂੰ ਚੋਰ ਵੀ ਕਿਹਾ, ਇਹਨੂੰ ਸੋਨਾ ਚੋਰ ਕਿਹਾ, ਇਹਨੂੰ ਬਲਾਤਕਾਰੀ ਕਿਹਾ, ਸਭ ਕੁਝ ਕਿਹਾ ਜੋ ਸੰਗਤ ਕਹਿ ਸਕਦੀ ਸੀ। ਸੰਗਤ ਨੇ ਕਿਹਾ, ਜੋ ਗੁੱਸੇ 'ਚ ਕਹੀਦਾ ਕਿਹਾ। ਔਰ ਉਸ ਤੋਂ ਬਾਅਦ ਉਹਦਾ ਕੋਈ ਨਾ ਜਵਾਬ ਦੇ ਕੇ ਆਪਣੇ ਕਮਰੇ ਚਲਾ ਗਿਆ। ਔਰ ਉਸ ਤੋਂ ਬਾਅਦ ਪੁਲਿਸ ਵੀ ਉੱਥੇ ਬਹੁਤ ਵੱਡੇ ਗਿਣਤੀ ਨਾਲ ਆ ਗਈ। ਪੁਲਿਸ ਕਹਿੰਦੀ ਸੀ ਤੁਸੀਂ ਕਾਨੂੰਨ ਹੱਥ 'ਚ ਨਾ ਲਓ। ਉਹ ਕਹਿੰਦੇ ਵੀ ਕਾਨੂੰਨ ਹੱਥ 'ਚ ਲੈਣ ਦੇ, ਸਾਡੀ ਇੱਥੇ ਤੇ ਬੇੜਾ ਗਰਕ ਹੋਣ ਡਿਆ ਵਾ, ਜਿਹੜੀ ਚੱਲਦੀ ਸਾਡੀ ਆਣ ਦੀ ਪੁਰਾਤਨ ਮਰਿਆਦਾ। ਇਸ ਕਰਕੇ ਜਦੋਂ ਸੰਗਤ ਦਾ ਰੋਹ ਦੇਖਿਆ ਪੁਲਿਸ ਵੀ ਪਿੱਛੇ ਹਟ ਗਈ, ਔਰ ਇਹ ਆਪਣੇ ਬਾਡੀਗਾਰਡਾਂ ਨੂੰ ਲੈ ਕੇ ਆਪਣੇ ਕਮਰੇ 'ਚ ਵੜ ਗਿਆ ਜਾ ਕੇ। ਉਹ ਕਮਰਾ ਵੀ ਇਹਨੇ ਤਾਲਾ ਤੋੜ ਕੇ, ਗਿਆਨੀ ਇਕਬਾਲ ਸਿੰਘ ਦਾ ਜਿਹੜਾ ਕਮਰਾ ਸੀ ਉਹਦਾ ਸਮਾਨ ਬਾਹਰ ਸੁੱਟ ਕੇ ਆਪ ਅੰਦਰ ਵੜਿਆ ਹੈ ਜੀ। ਉਦੋਂ ਵੀ ਹਿੱਤ ਸਾਹਿਬ ਦੀ ਛਤਰ ਛਾਇਆ ਇਹਦੇ ਉੱਤੇ ਸੀਗੀ, ਤੇ ਉਦੋਂ ਵੀ ਕੁਝ ਨਹੀਂ ਬਣਿਆ। ਉਦੋਂ ਵੀ ਸੰਗਤ ਬੜਾ ਵਿਲਕਦੀ ਰਹੀ ਵੀ ਸਮਾਨ ਬਾਹਰ ਸੁੱਟ ਕੇ ਇਹਨੂੰ ਕਬਜ਼ਾ ਕਰਨ ਦੀ ਕੀ ਲੋੜ ਪਈ ਆ। ਪਰ ਇਹਨੇ ਉਹਨਾਂ ਦਾ ਜਿੰਨਾ ਉਹਨਾਂ ਦੇ ਗ੍ਰੰਥ ਸੀ ਧਾਰਮਿਕ, ਉਹਨਾਂ ਦੀਆਂ ਪੋਥੀਆਂ ਸੀ, ਉਹ ਵੀ ਚੁੱਕ ਕੇ ਨੇ ਬਰਾਂਡੇ 'ਚ ਕਈ ਚਿਰ ਰੱਖ ਛੱਡੀਆਂ। ਇਹ ਬੰਦਾ ਜੀ ਦੇਖੋ, ਇਹ ਮੈਂ ਸੋਚਦਾ ਆ ਵੀ ਇਹ ਸਿੱਖ ਨਹੀਂ ਆ। ਇਹੀ ਜਿਹੜੇ 5 ਪਿਆਰਿਆਂ 'ਚੋਂ 2 ਪਿਆਰੇ ਜਿਹੜੇ ਹੁਣ ਅੱਡ ਹੋਏ ਆ, ਇਹਨਾਂ 'ਚੋਂ ਹੀ ਇੱਕ ਸਿੰਘ ਸੁਖਦੇਵ ਸਿੰਘ ਕਹਿੰਦਾ ਸੀ ਕਿ ਇਹ ਵਿਅਕਤੀ ਤਖਤ ਦੇ ਜਥੇਦਾਰ ਕੀ ਇਹ ਤੇ ਕਿਸੇ ਛੋਟੇ ਆਮ ਗੁਰਦੁਆਰੇ ਦੀ ਚੌਪਦਾਰੀ ਦੇ ਲਾਇਕ ਵੀ ਨਹੀਂ ਹੈਗਾ। ਔਰ ਅੱਜ ਇਹ ਇੰਨਾ ਵੱਡਾ ਜਿਹੜਾ ਆ ਫੈਸਲਾ ਇਹਦੇ ਹੱਕ 'ਚ ਲੈ ਰਿਹਾ ਹੈ। ਇਹ ਸਾਰਾ ਖੇਲਾ ਹੀ ਪੈਸੇ ਦਾ ਹੈ ਜੀ। ਜਸਪਾਲ ਜੀ, ਇਸ ਤੋਂ ਪਰੇ ਹੋਰ ਕੋਈ ਗੱਲ ਨਹੀਂ ਹੈਗੀ। ਆਪਣੀ ਤਾਕਤ ਜਿਹੜੀ ਪੈਸੇ ਦੀ, ਸਰ ਤੁਸੀਂ ਉੱਥੇ ਮੈਂਬਰ ਤਾਕਤ ਤਾਂ ਨਜਾਇਜ਼ ਪੈਸਾ ਇਹਨੇ ਜਿਹੜੇ ਗੁਰੂ ਘਰ ਦੇ ਨਾਂ ਤੇ ਇਕੱਠਾ ਕੀਤਾ ਹੈ ਨਾ। ਜਿਹੜਾ ਪ੍ਰਧਾਨ ਸਾਹਿਬ ਜਾਣ ਲੱਗਿਆ ਦੱਸ ਕੇ ਗਏ ਵੀ ਯੂਪੀ 'ਚ ਵੀ ਇੱਕ ਥਾਂ ਦੇ ਉੱਤੇ ਕਣਕ ਇਕੱਠੀ ਕਰਦਾ ਇਹ ਗੁਰੂ ਘਰ ਦੇ ਨਾਂ ਤੇ, ਮੁੜ ਕੇ ਉਹਨੂੰ ਵੇਚ ਲੈਂਦਾ ਸੀ। ਇਹੋ ਜਿਹੇ ਕਈ ਕੁਕਰਮ ਇਹਨੇ ਕੀਤੇ ਨੇ, ਜਿਹੜੇ ਆਸਤੇ ਸਾਹਮਣੇ ਤੁਹਾਨੂੰ ਉਦੋਂ ਦੱਸਿਆ ਸੀ ਪਿੱਛੇ ਜੇ ਕਿ ਪ੍ਰਧਾਨ ਸਾਹਿਬ ਇਹ ਗੱਲ ਦੱਸ ਕੇ ਗਏ ਕਿ ਕਿਸੇ ਕੋ ਖੁਲਾਵਾਂ ਦੇ ਨਾਂ ਤੇ ਇਹਨੇ ਪੈਸੇ ਲੈ ਲਏ। ਜਦੋਂ ਉਹ ਗੱਲ ਜ਼ਾਹਰ ਹੋਈ ਤੇ ਇਹਨੇ ਫਿਰ ਪੈਸੇ ਮੋੜੇ ਵੀ ਵਿੱਚੋਂ ਕੁਛ। ਇਹ ਸਾਰੀਆਂ ਗੱਲਾਂ ਆਮ ਨੇ, ਬਹੁਤ ਵੱਡੀਆਂ ਗੱਲਾਂ ਨੇ, ਇਹ ਮਤਲਬ ਇਹਦੇ ਵਾਸਤੇ ਆਮ ਨੇ। ਪਰ ਇਹਨੇ ਕਈ ਉਸ ਤੋਂ ਇਹ ਜਿਹੜੀਆਂ ਖੜਾਵਾਂ ਸੀ ਨਾ, ਜਦੋਂ ਦੱਸਦਾ ਸੀ ਇਹ ਵੀ ਖੜਾਵਾਂ ਖਰਾਬ ਹੋਈਆਂ ਗੁਰੂ ਦੀਆਂ, ਖੜਾਵਾਂ ਨੂੰ ਬਣਾਉਣ ਵਾਸਤੇ ਇਹਨੇ ਦੀਵਾਨ ਦੇ ਵਿੱਚ ਜਦੋਂ ਗੁਰਪੁਰਬ ਦੇ ਟਾਈਮ ਤੇ ਚਾਦਰ ਫੜਾ ਕੇ 4 ਸਿੰਘਾਂ ਨੂੰ ਸਾਰੀ ਸੰਗਤ ਦੇ ਵਿੱਚ ਫੇਰਿਆ। ਉਹ ਚਾਦਰ ਦੇ ਪੈਸੇ ਕਿੱਥੇ ਗਏ ਉਹ ਵੀ ਨਹੀਂ ਪਤਾ ਸਾਨੂੰ, ਉਹ ਵੀ ਇਹਦੇ ਕੋਲ ਇਹਦੇ ਕਮਰੇ 'ਚ ਹੀ ਗਏ। ਅੱਛਾ, ਇਹ ਸਾਰੀਆਂ ਕਈ ਗੱਲਾਂ ਨੇ ਜੀ, ਜਿਹੜੀਆਂ ਗੱਲਾਂ ਇਹ ਆਪ ਹੁਦਰੀਆਂ ਇਹਨਾਂ ਨੇ ਬਹੁਤ ਕੀਤੀਆਂ। ਉਦੋਂ ਪ੍ਰਧਾਨ ਸਾਹਿਬ ਨੇ ਛੂਟ ਇਹਨੂੰ ਦਿੱਤੀ ਸੀ, ਔਰ ਇਹ ਜਦ ਪ੍ਰਧਾਨ ਨੂੰ ਇਹ ਦਿਸਿਆ ਕਿ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਆ, ਫਿਰ ਸਮਾਂ ਜ਼ਿਆਦਾ ਪ੍ਰਧਾਨ ਨੂੰ ਵੀ ਮਿਲਿਆ ਨਹੀਂ ਇਹਦੀ ਖਿਲਾਫਤ ਕਰਨ ਦਾ। ਪਰ ਜਾਂਦਿਆਂ ਪ੍ਰਧਾਨ ਜਿਹੜੀਆਂ ਗੱਲਾਂ ਕਹਿ ਗਿਆ, ਉਹ ਗੱਲਾਂ ਸੰਗਤ ਨੇ ਦੇਖੀਆਂ, ਔਰ ਪ੍ਰਧਾਨ ਕਹਿ ਗਿਆ ਸੀ ਕਿ 500% ਇਹ ਬੰਦਾ ਤਖਤ ਦੇ ਲਾਇਕ ਨਹੀਂ ਹੈਗਾ। ਇਹਦੀਆਂ ਗਲਤੀਆਂ 200 100% ਨਹੀਂ, 500% ਇਹ ਬੰਦਾ ਗਲਤ ਆ। ਤੇ ਦੇਖੋ, ਇਹ ਅਸੀਂ ਤੇ ਸ਼ੁਰੂ ਤੋਂ ਕਹਿੰਦੇ ਹਾਂ ਗਲਤ ਹੈ, ਇੱਥੋਂ ਜਾਣਦੇ ਹਾਂ ਸ਼ੁਰੂ ਤੋਂ। ਔਰ ਇੱਕ ਜਿਸ ਤਰ੍ਹਾਂ ਬਹਿਰੂਪੀਆ ਟਾਈਪ ਵਿਅਕਤੀ ਹੈ ਨਾ ਸਿੱਖੀ 'ਚ ਵੜਿਆ ਹੋਇਆ, ਮਰਿਆਦਾ ਦਾ ਘਾਣ ਕਰਨ ਦਾ ਜਿਸ ਤਰ੍ਹਾਂ ਹੁੰਦਾ ਜੁਮਾ, ਮੈਨੂੰ ਜਾਪਦਾ ਜਿਸ ਤਰ੍ਹਾਂ ਇਹਦੇ ਪਿੱਛੇ ਵੀ ਕੋਈ ਐਸੀਆਂ ਤਾਕਤਾਂ ਕੰਮ ਕਰ ਰਹੀਆਂ ਆ ਕਿ ਤੂੰ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸ਼ਕਤੀ ਆ, ਜਿਹਦੇ ਸਾਹਮਣੇ ਤੁਹਾਨੂੰ ਮੈਂ ਜਸਪਾਲ ਜੀ ਦੱਸਣਾ ਚਾਹੁੰਦਾ ਆ, ਸਾਡੀਆਂ ਮਿਸਲਾਂ ਜਦੋਂ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਬਣੀਆਂ ਆ, ਮਿਸਲਾਂ ਆਪਸ 'ਚ ਸਰਦਾਰ ਲੜਦੇ ਸਨ, ਪਰ ਜਦੋਂ ਅਕਾਲ ਤਖਤ ਦਾ ਜਥੇਦਾਰ ਸੱਦ ਕੇ ਉਹਨਾਂ ਨੂੰ ਪੰਥ ਦੀ ਲੜਾਈ ਲੜਨ ਵਾਸਤੇ ਕਹਿੰਦਾ ਸੀ, ਉਦੋਂ ਸਾਰੇ ਇੱਕ ਹੋ ਕੇ ਲੜਦੇ ਸੀ, ਭਾਵੇਂ ਇੱਕ ਦੂਜੇ ਦੇ ਪਿਓ ਭਰਾ ਪੁੱਤ ਭਰਾ ਮਾਰੇ ਹੁੰਦੇ ਸੀ। ਕੋਈ ਸ਼ਕਤੀ ਆ ਅਕਾਲ ਤਖਤ ਸਾਹਿਬ ਦੀ ਔਰ ਜਥੇਦਾਰੀ ਦੀ, ਏਡੀ ਵੱਡਾ ਰੁਤਬਾ ਹੈ ਵੀ ਆਪਣੀਆਂ ਨਿੱਜੀ ਦੁਸ਼ਮਣੀਆਂ ਪੁੱਤ ਮਰਵਾ ਕੇ ਭਰਾ ਮਰਾ ਕੇ ਫਿਰ ਵੀ ਸਰਦਾਰ ਇਕੱਠੇ ਹੋ ਜਾਂਦੇ ਹੁੰਦੇ ਸੀ ਮਿਸਲਾਂ ਦੇ ਕਿ ਨਹੀਂ ਸਾਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਆਇਆ ਹੈ। ਤੇ ਅੱਜ ਉਹ ਜਿਹੜੀ ਇੰਨੀ ਵੱਡੀ ਸ਼ਕਤੀ ਜਿਹੜੀ ਸਿਰਫ ਤੇ ਸਿਰਫ ਸਿੱਖ ਕੌਮ ਦੇ ਕੋਲ ਆ, ਉਹਨੂੰ ਇਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਹੜੀਆਂ ਕਈ ਸਦੀਆਂ ਤੋਂ। ਇੱਕ ਵਾਰੀ
ਜਿਸ ਤਰ੍ਹਾਂ ਇੱਕ ਇੱਕ ਹੀ ਬਹੁਤ ਵੱਡੇ ਕਾਂਗਰਸੀ ਕੋ ਇੱਕ ਗੱਲ ਸੁਣੀ ਕਿ ਦਿੱਲੀ ਦੇ ਕਿਸੇ ਸਿੱਖ ਨੂੰ ਸੱਦ ਕੇ ਨਾ, ਇਹ ਜਿਹੜੀ ਇੰਦਰਾ ਗਾਂਧੀ ਸੀ, ਉਹਨੇ ਕਿਹਾ ਕਿ ਤੁਸੀਂ ਕੀ 5 ਤਖਤਾਂ ਦੇ ਪਿੱਛੇ ਪਏ ਹੋ, ਤੁਸੀਂ ਇਹਨਾਂ ਆ ਜਿਹੜੇ ਇੱਥੇ ਗੁਰਦੁਆਰੇ ਇੰਨੇ ਆ, ਸੀਸਗੰਜ ਸਾਹਿਬ, ਬੰਗਲਾ ਸਾਹਿਬ, ਇਹ ਕਿਉਂ ਨਹੀਂ ਤਖਤ ਬਣਾ ਲੈਂਦੇ? ਉਹਨੂੰ ਫਿਰ ਕਿਸੇ ਨੇ ਸਮਝਾਇਆ ਕਿ ਬੀਬੀ ਇਹ ਕੰਮ 'ਚ ਨਾ ਤੂੰ ਪੈ, ਇਹ ਤੇਰੇ ਵੱਸ ਦੀ ਗੱਲ ਨਹੀਂ, ਤੂੰ ਇਹ ਸਾਰੇ ਦੇਖੋ। ਲੇਕਿਨ ਦੇਖੋ, ਦੇਸ਼ ਦੀ ਪ੍ਰਧਾਨ ਮੰਤਰੀ ਦੇ ਦਿਮਾਗ 'ਚ ਉਦੋਂ ਇਹ ਗੱਲਾਂ ਸੀਗੀਆਂ ਕਿ ਇਹ ਜਿਹੜੀ ਤਾਕਤ ਹੈ ਇਹਨੂੰ ਕਿਸ ਤਰ੍ਹਾਂ ਤੋੜਿਆ ਜਾਏ। ਇਹ ਉਹ ਗੱਲਾਂ ਗਾਂ ਬਲੂ ਸਟਾਰ ਐਕਸ਼ਨ ਤੱਕ ਆਈਆਂ। ਜੀ 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 ਜਸਪਾਲ ਜੀ, ਇਹ ਸਾਰੀਆਂ ਗੱਲਾਂ ਹੈ, ਪਰ ਇਹ ਬੜਾ ਦੁੱਖ ਲੱਗਦਾ ਆ ਕਿ ਸਾਨੂੰ ਲੱਖਾਂ ਦੀ ਗਿਣਤੀ 'ਚ ਕੁਰਬਾਨੀਆਂ ਦੇ ਕੇ ਸਿੱਖ ਪੰਥ ਦੀ ਵੱਡਾ ਰੁਤਬਾ ਤੇ ਮਰਿਆਦਾ ਬਣਾਈ। ਇਹ ਮਰਿਆਦਾ ਐਵੇਂ ਨਹੀਂ ਬਣੀ, ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਕਹਿਤਾ। ਔਰ ਮਰਿਆਦਾ ਦਾ ਜਿਹੜਾ ਸੰਵਿਧਾਨ ਹੈ ਇਹ ਵੀ ਸਿੱਖ ਕੌਮ ਦੇ ਕੋਲ ਹੀ ਆ, ਪ੍ਰਪੱਕ ਤੌਰ ਦੇ ਉੱਤੇ। ਬਿਲਕੁਲ 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 ਸਰ, ਮੈਂ ਇੰਨਾ ਇੱਕ ਗੱਲ ਤੇ ਇੰਨਾ ਸੋਹਣਾ, ਮੈਂ ਕਿਹਾ ਜੀ, ਮੈਂ ਇੱਕ ਗੱਲ ਪੁੱਛਦਾ ਤੁਹਾਨੂੰ ਕਿ ਜਿਵੇਂ 5 ਪਿਆਰਿਆਂ ਦੇ ਉੱਪਰ ਇਲਜ਼ਾਮ ਲੱਗ ਰਿਹਾ ਕਿ ਸ਼ਾਇਦ ਉਹਨਾਂ ਨੇ ਪੈਸੇ ਲਏ। ਹੁਣ 5 ਪਿਆਰਿਆਂ ਵਿੱਚੋਂ 2 ਪਿਆਰੇ, ਹੁਣ ਬਦਨਾਮ ਤਾਂ ਉਹਨਾਂ ਨੇ ਸਾਰੀ 5 ਪਿਆਰਿਆਂ ਦੀ ਸੰਸਥਾ ਨੂੰ ਕਰਤਾ ਨਾ। ਮਤਲਬ ਹੁਣ ਬਦਨਾਮ ਤਾਂ 5 ਪਿਆਰੇ ਹੋ ਗਏ, ਭਾਵੇਂ 2 ਵਿਕਾਊ ਸੀ ਉਹਦੇ ਵਿੱਚੋਂ, ਭਾਟੜੇ ਕਿਸਮ ਦੇ ਮੰਗ ਖਾਣੇ। ਹੁਣ ਗੱਲ ਇਹ ਆ ਕਿ ਉਹਨਾਂ ਨੂੰ ਜਿਹੜੇ ਜਿਵੇਂ 5 ਪਿਆਰੇ ਦੇ ਤੁਹਾਡੇ ਉੱਥੇ ਜਿਹੜੀ ਸੰਸਥਾ ਆ 5 ਪਿਆਰਿਆਂ ਦੀ, ਕੀ ਉਹਨਾਂ ਨੂੰ ਉੱਥੇ ਕਮੇਟੀ ਵੱਲੋਂ ਕੋਈ ਸੇਵਾ ਜਾਂ ਜਿਹੜੀ ਵੀ ਆਪਾਂ ਹੁੰਦੀ ਹੈ ਚੜਾਵਾ ਜਾਂ ਕੋਈ ਤਨਖਾਹ ਜਿਹਨੂੰ ਕਹਿ ਲਓ ਸਿੰਪਲ ਜੀ ਭਾਸ਼ਾ ਵਿੱਚ, ਕੀ ਕਮੇਟੀ ਦਿੰਦੀ ਨਹੀਂ ਉਹਨਾਂ ਨੂੰ, ਜਾਂ ਸਿਰਫ ਉਹ ਸੇਵਾ ਹੀ ਕਰਦੇ ਨੇ? 5 ਪਿਆਰੇ ਵੀ ਰੋਟੀ ਖਾ ਲਓ ਤੇ ਤੁਸੀਂ ਸੇਵਾ ਕਰ ਲਓ, ਫਿਰ ਉਹਨਾਂ ਨੂੰ ਤਾਂ ਕਰਕੇ ਪੈਸੇ ਦੀ ਭੁੱਖ ਪੈ ਗਈ ਹੋਵੇ। ਚੰਗੀ ਸੋਹਣੀ ਰਿਹਾਇਸ਼ ਇਹਨਾਂ ਦੇ ਕੋਲ ਆ, ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਇਹਨਾਂ ਦੇ ਉੱਤੇ ਬਣੀ ਆ। ਬਾਕੀ ਇਹਨਾਂ ਚੋਂ ਇੱਕ ਪਿਆਰਾ ਤੇ ਕਥਾ ਕਰਦਾ ਹੈ, ਸੁਖਦੇਵ ਸਿੰਘ, ਔਰ ਕਥਾ ਦਾ ਚੜਾਵਾ ਵੀ ਇਹਨਾਂ ਨੂੰ ਮਿਲਦਾ ਹੈ। ਗੁਰੂ ਮਹਾਰਾਜ ਦੀ ਕਿਰਪਾ ਹੈ, ਕਿਸੇ ਗੱਲ ਦੀ ਕਮੀ ਨਹੀਂ ਹੈਗੀ ਜੀ ਖਾਣ ਪੀਣ ਵੱਲੋਂ ਕਿਸੇ ਨੂੰ ਵੀ, ਔਰ ਨਾ ਉੱਥੇ ਕਿਸੇ ਨੂੰ ਪੈਸੇ ਦੀ ਤੰਗੀ ਆ। ਇਹਨਾਂ ਦੀਆਂ ਤਨਖਾਹਾਂ ਵੀ ਚੰਗੀ ਮੋਟੀਆਂ ਵਾ, ਐਸੀ ਕੋਈ ਗੱਲ ਨਹੀਂ ਹੈਗੀ। ਰਿਹਾਇਸ਼ ਦੇ ਨਾਲ ਨਾਲ ਲੰਗਰ ਪਾਣੀ ਸਾਰਾ ਕੁਝ ਗੁਰੂ ਕਲਗੀਧਰ ਪਾਤਸ਼ਾਹ ਦੀ ਮਿਹਰ ਹੈ ਇਹਨਾਂ ਤੇ। ਪਰ ਹੁਣ ਭੁੱਖ ਆ ਨਾ ਬੰਦੇ ਦੀ, ਜਿਹੜੀ ਭੁੱਖ ਆ ਉਹਦਾ ਤੇ ਕੋਈ ਅੰਤ ਨਹੀਂ ਆ, ਲਾਲਚ ਦਾ ਕੋਈ ਅੰਤ ਨਹੀਂ ਆ। ਇਹ ਲਾਲਚ ਬਸ ਹੋ ਕੇ, ਮੈਂ ਕਹਿੰਦਾ ਵੀ ਰਣਜੀਤ ਸਿੰਘ ਗੌਰ ਕਹਿੰਦਾ ਸੀ ਵੀ ਸੁਖਦੇਵ ਸਿੰਘ ਨਿਆਣਾ ਜਿਹਾ ਬੰਦਾ ਵਾ, ਉਹ 5 ਪਿਆਰਿਆਂ 'ਚ ਸ਼ਾਮਲ ਨਹੀਂ ਹੋ ਸਕਦਾ। ਮੇਰੇ ਖਿਆਲ ਉਹਨੇ ਨਿਆਣਿਆਂ ਵਾਲੀ ਗੱਲ ਕਰ ਛੱਡੀ, ਸੁਖਦੇਵ ਸਿੰਘ ਨੇ, ਘੁੰਮ ਫੇਰ ਕੇ ਉਹਨੇ ਗੱਲ ਜਿਹੜੀ ਆ ਫਿਰ ਨਿਆਣਿਆਂ ਵਾਲੀ ਕਰ ਛੱਡੀ ਵੀ ਉਦੋਂ 5 ਪਿਆਰਿਆਂ 'ਚ ਸ਼ਾਮਲ ਹੋ ਕੇ ਐਡੀਆਂ ਵੱਡੀਆਂ ਗੱਲਾਂ ਕੀਤੀਆਂ, ਔਰ ਇੰਨੇ ਵੱਡੇ ਜਿਹੜੇ ਆ ਲਾਰੇ ਲਾਏ ਕੌਮ ਨੂੰ, ਇੰਨੀਆਂ ਵੱਡੀਆਂ ਗੱਲਾਂ ਦੱਸੀਆਂ, ਔਰ ਇੰਨਾ ਕੁਛ ਉਹਨਾਂ ਦੇ ਵਿਰੁੱਧ ਬੋਲਿਆ, ਔਰ ਅੱਜ ਕੋਈ ਲੈਣ ਦੇਣ ਕਰਕੇ ਤੇ ਉਹਨਾਂ ਦੇ ਨਾਲ ਹੋ ਗਏ। ਇਹ ਹੁਣ ਇਸ ਗੱਲ ਨੂੰ ਆਪਾਂ ਕੀ ਕਰ ਸਕਦੇ ਹਾਂ? ਇੱਕ ਤਾਂ ਚਲੋ 5 ਪਿਆਰਿਆਂ ਨੇ ਤਨਖਾਹ ਲਾਈ ਸੀ ਗੌਰ ਸਾਹਿਬ ਨੂੰ, ਤੇ ਦੂਜੇ ਪਾਸਿਓਂ ਜਿਹੜੇ ਉਸ ਸਮੇਂ ਦੇ ਪ੍ਰਧਾਨ ਸੀ ਅਵਤਾਰ ਸਿੰਘ ਹੇਤੂਣੀ, ਉਹਨਾਂ ਨੇ ਵੀ ਇੱਕ ਸੰਸਾਰ ਤਿਆਗਣ ਤੋਂ ਪਹਿਲਾਂ ਇੱਕ ਬੜੀ ਵੱਡੀ ਅਹਿਮ ਸਟੇਟਮੈਂਟ ਦੇ ਦਿੱਤੀ ਸੀ ਰਣਜੀਤ ਸਿੰਘ ਗੌਹਰ ਬਾਰੇ। ਹੁਣ ਕੀ ਜਿਹੜੇ ਸਕੱਤਰ ਜਾਂ ਜਨਰਲ ਸਕੱਤਰ ਦੋਵਾਂ ਨੇ, ਖਨੂਜਾ ਸਾਹਿਬ ਤੇ ਇੰਦਰਜੀਤ ਸਿੰਘ ਹੁਣੀ, ਇਹ ਕਿਸਮ ਦੇ ਕਹਿ ਲਓ ਕਿ ਮਾਤਾ ਦਾ ਮਾਲ ਜਿਹੜਾ ਜੋ ਵੀ ਇਹਨਾਂ ਨੂੰ ਆਪਾਂ ਗੰਦਾ ਦਾ, ਮੈਂ ਅੱਜ ਪਹਿਲੀ ਵਾਰ ਇਹਨੇ ਸਖਤ ਲਫ਼ਜ਼ ਯੂਜ਼ ਕਰ ਰਿਹਾ ਆਪਣੀ ਕਿਸੇ ਬੋਲੀ ਦੇ ਵਿੱਚ, ਕਿਉਂਕਿ ਮੈਨੂੰ ਖੁਦ ਠੇਸ ਪਹੁੰਚੀ ਹੈ ਕਿ 5 ਪਿਆਰਿਆਂ ਨੇ ਇਹੋ ਜਿਹਾ ਘਟੀਆ ਤੇ ਸ਼ਰਮਨਾਕ ਕੰਮ ਕਿਉਂ ਕੀਤਾ, ਵੀ ਤੁਹਾਨੂੰ ਕੀ ਲੋੜ ਪੈ ਗਈ ਸੀ? ਤੁਸੀਂ ਇਹ ਚੀਜ਼ ਨੂੰ ਅਕਾਲ ਤਖਤ ਸਾਹਿਬ ਤੇ ਵੀ ਲਿਜਾ ਸਕਦੇ ਸੀ, ਕੋਈ ਵੱਡੇ ਲੈਵਲ ਦੇ ਉੱਪਰ ਗੱਲ ਵਿਚਾਰੀ ਜਾ ਸਕਦੀ ਸੀ। ਤੇ ਹੁਣ ਦੂਜੀ ਗੱਲ ਮੈਂ ਪੁੱਛ ਰਿਹਾ ਕਿ ਪ੍ਰਧਾਨ ਸਾਹਿਬ ਦੇ ਬਿਆਨ ਨੂੰ ਜਾਂ 5 ਪਿਆਰਿਆਂ ਦੇ ਪਰਸਪੈਕਟਿਵ ਨੂੰ ਇਹ ਜਿਹੜੇ ਖਨੂਜੇ ਹੋਣੀ ਨੇ, ਇਹਨਾਂ ਨੇ ਵੇਖਿਆ ਨਹੀਂ ਵੀ ਅੰਨੇ ਹੋ ਗਈ ਸਾਰਾ ਕੰਮ ਕਰਨ ਲੱਗਿਆ? ਮਹਾਰਾਜ, ਜਿਹੜਾ ਇੰਦਰਜੀਤ ਸਿੰਘ ਆ ਨਾ, ਇੰਦਰਜੀਤ ਸਿੰਘ ਤੇ ਸਾਡੇ ਪ੍ਰਧਾਨ ਸਾਹਿਬ ਦੀ ਡੰਗੋਰੀ ਸੀਗਾ। ਡੰਗੋਰੀ ਪ੍ਰਧਾਨ ਅਵਤਾਰ ਸਿੰਘ ਹਿੱਤ ਸਟੇਜ ਤੱਕ ਜਾਣਾ ਤੇ ਇੰਦਰਜੀਤ ਸਿੰਘ ਦਾ ਮੋਢਾ ਫੜ ਕੇ ਜਾਂਦੇ ਸੀ, ਸਟੇਜ ਤੋਂ ਉਤਰਨਾ ਉਹਨਾਂ ਦੀ ਬੈਡਰੂਮ ਤੱਕ ਛੱਡ ਕੇ ਆਉਂਦੇ ਸੀ, ਉਹਨਾਂ ਦੀ ਪੂਰੀ ਸੇਵਾ ਟਹਿਲ ਕਰਦੇ ਸੀ। ਮੇਰੇ ਖਿਆਲ ਜਿਤਨਾ ਇਹ ਉਹਨਾਂ ਦੀ ਡੰਗੋਰੀ ਸੀ ਨਾ, ਇਸ ਤਰ੍ਹਾਂ ਸਰੀਰਕ ਤੌਰ ਤੇ, ਦਿਮਾਗੀ ਤੌਰ ਤੇ ਇੰਦਰਜੀਤ ਸਿੰਘ ਦੀ ਡੰਗੋਰੀ ਜਿਹੜਾ ਆ ਉਹ ਅਵਤਾਰ ਸਿੰਘ ਹਿੱਤ ਸੀ। ਦਿਮਾਗੀ ਤੌਰ ਤੇ ਇਹਨੂੰ ਅਕਲ ਦਿੰਦਾ ਸੀ ਤੇ ਚੱਲਦਾ ਸੀ, ਜਿੰਨਾ ਚਿਰ ਜਿੰਦਾ ਰਿਹਾ ਇਹਨੂੰ ਠੀਕ ਪਾਸੇ ਲਾ ਛੱਡਿਆ। ਪਰ ਹੁਣ ਇਹਦੀ ਜਿਹੜੀ ਦਿਮਾਗੀ ਤੌਰ ਤੇ ਡੰਗੋਰੀ ਸੀਗੀ ਨਾ ਅਵਤਾਰ ਸਿੰਘ ਹਿੱਤ, ਉਹ ਨਹੀਂ ਰਿਹਾ। ਤੇ ਹੁਣ ਇਹ ਐਵੇਂ ਇੱਧਰ ਉੱਧਰ ਕੰਧਾਂ ਨਾਲ ਟੱਕਰਾਂ ਮਾਰਨ ਵਾਲੀਆਂ ਗੱਲਾਂ ਕਰਦਾ ਆ। ਪਾਗਲ ਹੋ ਗਿਆ, ਜਿਸ ਤਰ੍ਹਾਂ ਕਿਸੇ ਵਿਅਕਤੀ ਨੂੰ ਪਾਗਲ ਹੋ ਗਿਆ ਹੁਣ ਫਿਰ, ਜਿਸ ਤਰ੍ਹਾਂ ਕਿਸੇ ਵਿਅਕਤੀ ਨੂੰ ਸਾਈਕਲ ਚਲਾਉਣਾ ਨਾ ਆਉਂਦਾ ਹੋਵੇ ਤੇ ਉਹਨੂੰ ਕਾਰ ਦੇ ਸਟੀਅਰਿੰਗ ਤੇ ਬਿਠਾ ਦਈਏ ਤੇ ਉਹ ਆਪ ਵੀ ਮਰੇਗਾ
ਤੇ ਰੋਡ ਤੇ ਤੁਰੇ ਜਾਂਦਿਆਂ ਨੂੰ ਵੀ ਮਾਰੇਗਾ, ਜਿਹੜੀਆਂ ਸਵਾਰੀਆਂ ਵਿੱਚ ਬੈਠੀਆਂ ਉਹ ਵੀ ਮਰਨਗੀਆਂ। ਇਹ ਗੱਲ ਹੋ ਗਈ ਜਿਨ੍ਹਾਂ ਲੋਕਾਂ ਨੂੰ ਇਸ ਰੁਤਬੇ ਦਾ ਪਤਾ ਨਹੀਂ ਆ। ਔਰ ਇਹ ਜਿਹੜੀ ਇੰਨੀ ਵੱਡੀ ਜਗ੍ਹਾ ਆ, ਹੂੰ ਤਖਤ ਸਾਹਿਬ ਦੀ ਜਨਰਲ ਸਕੱਤਰੀ, ਇਹ ਕੋਈ ਛੋਟੀ ਮੋਟੀ ਪੋਸਟ ਨਹੀਂ ਆ, ਕੌਮ ਦੀ ਬੜੀ ਵੱਡੀ ਦੇਣ ਆ, ਬੜੀ ਫੇਰ ਇਹ ਦੂਰੋਂ ਮਿਲਦੀ ਆ ਸੰਗਤ ਕਿਤੇ। ਹੱਥ ਜੋੜਦੀ ਆ ਉੱਥੇ ਜਾ ਕੇ, ਸ਼ਰਧਾ ਪੂਰੀਆਂ ਕਰਦੀ ਆ ਹਾਂ, ਆਪਣੇ ਉੱਥੇ ਜਾ ਕੇ ਹਨਾ। ਹੱਥ ਜੋੜਦੀ ਆ। ਔਰ ਉਸ ਵਿਅਕਤੀ ਨੂੰ ਇਹ ਹੀ ਨਾ ਪਤਾ ਹੋਵੇ ਕਿ ਸਾਡੀ ਮਰਿਆਦਾ ਕੀ ਆ, ਪੰਜਾਂ ਪਿਆਰਿਆਂ ਦਾ ਰੁਤਬਾ ਕੀ ਆ, ਔਰ ਪੰਜ ਪਿਆਰਿਆਂ ਦੇ ਰੁਤਬੇ ਨੂੰ ਚੈਲੰਜ ਕੋਈ ਕਰ ਹੀ ਨਹੀਂ ਸਕਦਾ, ਹੂੰ ਇਹ ਵੀ ਨਹੀਂ ਪਤਾ ਉਹਨੂੰ। ਔਰ ਇਸ ਵਿਅਕਤੀ ਨੇ ਜਾਂ ਪਤਾ ਨਹੀਂ ਆ, ਤੇ ਜਾਂ ਫਿਰ ਸਭ ਤੋਂ ਵੱਡੀ ਗੱਲ, ਜਿਹੜਾ ਚੜਾਵਾ ਆ, ਉਸ ਚੜਾਵੇ ਨੇ ਮੱਤ ਮਾਰ ਛੜੀ ਆ। ਔਰ ਇਹ ਗੁਰੂ ਦਾ ਧਨ ਜਿਹੜਾ ਵਾ, ਇਹ ਤੇ ਮੱਤ ਮਾਰਦਾ ਹੀ ਆ ਜੀ। ਔਰ ਜਦੋਂ ਮੱਤ ਮਾਰੀ ਆ ਤੇ ਅੱਜ ਜਗ੍ਹਾ ਜਗ੍ਹਾ ਦੇ ਉੱਤੇ ਦੁਰਲਾਂਤਾਂ ਹੋ ਰਹੀਆਂ ਹੈ, ਅੱਜ ਫਿਟਕਾਂ ਪੈ ਰਹੀਆਂ ਆ, ਅੱਜ ਬੈਠ ਕੇ ਇਹਨਾਂ ਦੇ ਨਿਆਣੇ ਪਿੱਟੇ ਜਾ ਰਹੇ ਆ, ਅੱਜ ਬੁਰਾ ਹਾਲ ਹੋ ਰਿਹਾ ਹੈ। ਲੇਕਿਨ ਫਿਰ ਵੀ ਇਹਨਾਂ ਨੂੰ ਸ਼ਰਮ ਬੋਲ ਕੇ ਕੁਝ ਹੈ ਨਹੀਂ, ਆਪਾਂ ਕੀ ਕਰ ਸਕਦੇ। ਮੈਂ ਔਰ ਜੌਲ ਇਹਨਾਂ ਸਾਹਿਬ ਦੇ ਉੱਤੇ ਵੀ ਜੀ 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 ਹੁਣ ਜੀ ਹੁਣ ਮੈਂ ਉੱਥੇ ਆਪਣੇ ਨਾਲ ਦੇ ਸਾਥੀਆਂ ਨਾਲ, ਜਿਹੜੇ ਸਾਡੇ ਮੈਂਬਰ ਸਾਡੇ ਤਾਲੁਕਾਤ 'ਚ ਹੈਗੇ ਨੇ, ਦੇਖੋ ਜੀ, ਇਹ ਜਿਹੜੇ ਪ੍ਰਧਾਨ ਸਾਹਿਬ ਨੇ ਨਾ ਉੱਥੇ ਇਸ ਵਕਤ, ਜਿਹੜੇ ਉਹਨਾਂ ਦੇ ਗੁਜ਼ਰਨ ਤੋਂ ਬਾਅਦ ਜਿਹੜੇ ਇਸ ਵੇਲੇ ਪ੍ਰਧਾਨੀ ਕਰ ਰਹੇ ਆ, ਜਗਜੋਤ ਸੋਹੀ ਜੀ, ਹੂੰ ਉਹਨਾਂ ਨੇ ਵੀ ਬੜਾ ਮੇਰੇ ਖਿਆਲ ਵਰਜਿਆ ਇਹਨਾਂ ਨੂੰ, ਜਿੱਥੇ ਤੱਕ ਮੈਂ ਸੁਣਿਆ ਆ, ਮੇਰੀ ਗੱਲ ਨਹੀਂ ਹੋਈ, ਹੂੰ ਲੇਕਿਨ ਉਹਨਾਂ ਦੀ ਸਹਿਮਤੀ ਵੀ ਇਸ ਗੱਲ 'ਚ ਨਹੀਂ ਵੀ ਤੁਸੀਂ ਇਹਨੂੰ ਬਰੀ ਕਰ ਦਿਓ। ਹੂੰ ਉਹ ਸ਼ਾਇਦ ਇਸ ਗੱਲ ਨੂੰ ਜਾਣਦੇ ਹੀ ਵੀ ਇਹ ਬਹੁਤ ਮਾੜੀ ਗੱਲ ਆ। ਪੰਜਾਂ ਪਿਆਰਿਆਂ ਦੀ ਗੱਲ ਨੂੰ ਭਾਵੇਂ ਬੇਸ਼ੱਕ ਤੁਸੀਂ ਦੋ ਪਿਆਰੇ ਪਾੜ ਹੀ ਲਏ ਆ, ਫਿਰ ਵੀ ਪੰਜਾਂ ਤੋਂ ਬਗੈਰ ਕੋਈ ਰਾਏ ਜਿਹੜੀ ਆ ਸਿਰੇ ਨਹੀਂ ਚੜ ਸਕਦੀ। ਇਹ ਜਿਹੜੇ ਸਿਆਣੇ ਬੰਦੇ ਇਸ ਗੱਲ ਨੂੰ ਜਾਣਦੇ। ਇਸ ਕਰਕੇ ਦੋ ਹੀ ਵਿਅਕਤੀਆਂ ਨੇ, ਤੀਜਾ ਇਹਨਾਂ ਦੇ ਨਾਲ ਸ਼ਾਇਦ ਲਖਬੀਰ ਸਿੰਘ ਲੱਖਾ ਹੈਗਾ ਹੈ ਕਿ ਨਹੀਂ ਹੈਗਾ, ਰੱਬ ਜਾਣੇ, ਲੇਕਿਨ ਜਿਹੜੇ ਸੈਨ ਹੋਏ ਆ ਚਿੱਠੀ ਤੇ, ਉਹ ਇਹਨਾਂ ਦੋਵਾਂ ਦੇ ਹੋਏ ਆ। ਜਿਨ੍ਹਾਂ ਦੋਵਾਂ ਦੇ ਸੈਨ ਹੋਏ ਆ, ਮੇਰੇ ਖਿਆਲ ਇਹਨਾਂ ਦੋਵਾਂ ਦਾ ਹੀ ਸਾਰਾ ਕੁਝ ਆਪਾਂ ਕਹਿ ਸਕਦੇ ਹਾਂ ਕਿ ਇਹ ਕਸੂਰਵਾਰ ਨੇ। ਔਰ ਇਹਨਾਂ ਨੂੰ ਕੌਮ ਕਦੀ ਮਾਫ ਨਹੀਂ ਕਰੇਗੀ, ਨਾ ਸੰਗਤ ਮਾਫ ਕਰੇਗੀ। ਔਰ ਗੁਰੂ ਦੀ ਮਿਹਰ ਨਾਲ ਸ਼ਾਇਦ ਇਹਨਾਂ ਦੇ ਉੱਤੇ ਧਾਰਮਿਕ ਔਰ ਸਮਾਜਿਕ ਤੌਰ ਦੇ ਉੱਤੇ ਵੀ ਜਿਹੜੀ ਕਾਰਵਾਈ ਆ, ਉਹ ਜ਼ਰੂਰ ਹੋਏਗੀ ਤੇ ਹੋਣੀ ਵੀ ਚਾਹੀਦੀ। ਜੌਲ ਸਾਹਿਬ, ਮੈਂ ਆਖਰੀ ਦੋ ਸਵਾਲ ਲਵਾਂਗਾ। ਇੱਕ ਤਾਂ ਆਖਰ ਤੋਂ ਪਹਿਲਾਂ ਦਾ ਜਿਹੜਾ ਮੇਰਾ ਸਵਾਲ ਆ, ਉਹ ਇਹ ਹੈਗਾ ਵੀ ਇਹ ਹੁਣ ਮਸਲੇ ਨੂੰ ਕਿਵੇਂ ਠੱਲਿਆ ਕਿਵੇਂ ਜਾਵੇ, ਕਿਵੇਂ ਨੱਥ ਪਾਈ ਜਾਵੇ, ਕਿਉਂਕਿ ਬੇਇੱਜ਼ਤੀ ਬਹੁਤ ਜ਼ਿਆਦਾ ਹੋ ਰਹੀ ਆ। ਤੇ ਜਿਹੜੀ ਖੇਪ ਆ ਪੰਜ ਪਿਆਰਿਆਂ ਵਿੱਚੋਂ ਦੋ ਨੇ ਪਾਉਣੀ ਸੀ, ਉਹ ਵੀ ਖੇਪ ਪੈ ਗਈ ਸਿੱਖਾਂ ਦੇ ਸਿਰ ਦੇ ਵਿੱਚ। ਹੁਣ ਇਹ ਮਸਲੇ ਨੂੰ ਤੁਸੀਂ ਕਮੇਟੀ ਵਾਲੇ ਜਾਂ ਉੱਥੋਂ ਦੀ ਸੰਗਤ ਕਿਵੇਂ ਨਿਬੇੜੇਗੀ? ਕੀ ਤੁਹਾਡੇ ਕੋਲ ਸੰਵਿਧਾਨਕ ਜਾਂ ਜਿਹੜਾ ਤੁਹਾਡਾ ਕਮੇਟੀ ਦਾ ਉੱਥੇ ਦਾ ਹੈਗਾ ਵਾ, ਜਿਹੜਾ ਤਖਤ ਸਾਹਿਬ ਦਾ ਰੂਲ ਐਂਡ ਰੈਗੂਲੇਸ਼ਨਸ ਨੇ, ਉਹ ਕੀ ਕਹਿੰਦੇ ਨੇ ਤੇ ਕਿਵੇਂ ਨਿਬੇੜਿਆ ਜਾ ਸਕਦਾ ਇਸ ਚੀਜ਼ ਨੂੰ? ਦੇਖੋ ਜੀ, ਸਾਡੀ ਸਰਵਉੱਚ ਜਿਹੜੀ ਸਾਡੀ ਸੰਸਥਾ ਆ, ਸਭ ਤੋਂ ਵੱਡੀ, ਉਹ ਸ਼੍ਰੀ ਅਕਾਲ ਤਖਤ ਸਾਹਿਬ ਆ ਜੀ। ਜਿਹੜੀ ਬੋਰਡ ਆ ਨਾ, ਅੱਜ ਮੈਨੂੰ ਕਿਸੇ ਸੱਜਣ ਮਿੱਤਰ ਨੇ, ਜਿਹੜਾ ਇੰਦਰਜੀਤ ਸਿੰਘ ਨੂੰ ਵੀ ਜਾਣਦਾ ਹੈ, ਕਿਸੇ ਨੇ ਗੱਲ ਕੀਤੀ। ਮੈਂ ਉਹਨੂੰ ਕਿਹਾ ਵੀ ਇਹਦੇ ਕੋਈ ਇੱਕੋ ਹੀ ਰਸਤਾ ਆ, ਇਹ ਦੱਸੇ ਕਿ ਇਹਨੇ ਚਿੱਠੀ ਕਿਹਦੇ ਕਹਿਣ ਤੇ ਲਿਖੀ ਆ ਔਰ ਕਿਉਂ ਲਿਖੀ ਆ, ਕਿਸ ਅਵਸਥਾ 'ਚ ਲਿਖੀ ਆ। ਵੀ ਜਾਂ ਇਹਨੂੰ ਕਿਸੇ ਨੇ ਗਨ ਪੁਆਇੰਟ ਤੇ ਲਿਖਾਈ ਆ, ਜਾਂ ਇਹਨੂੰ ਕਿਸੇ ਨੇ ਤਾਕਤ ਨਾਲ ਲਿਖਾਈ ਆ, ਜਾਂ ਇਹਨੂੰ ਨੋਟਾਂ ਦੀਆਂ ਗੱਡੀਆਂ ਨਾਲ ਲਿਖਾਈ ਆ, ਜਾਂ ਇਹਨੂੰ ਕੇਸ ਦਾ ਡਰਾਵਾ ਦੇ ਕੇ ਲਿਖਾਈ ਆ। ਇਹ ਸਾਰੀਆਂ ਗੱਲਾਂ ਲਿਖ ਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਦੇਵੇ, ਔਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਵੇ ਕਿ ਮਹਾਰਾਜ, ਜਲਦੀ ਤੋਂ ਜਲਦੀ ਤੁਸੀਂ ਇਹ ਜਿਹੜੀ ਪਈ ਵਿਪਤਾ ਆ, ਇਹਦੇ ਉੱਤੇ ਵਿਚਾਰ ਕਰੋ ਔਰ ਵਿਚਾਰ ਕਰਕੇ ਇਹਦਾ ਹੱਲ ਲੱਭੋ। ਇੱਕ ਤੇ ਇਹ ਆ। ਦੂਜੀ ਗੱਲ, ਸਾਡੇ ਕੋਲ 3 ਸਿੰਘ ਜਿਹੜੇ ਨੇ ਤਿਆਰ-ਬਰ ਤਿਆਰ ਨੇ, ਜਿਹੜੇ ਇਸ ਵੇਲੇ ਕਾਰਜਕਾਰੀ ਜਥੇਦਾਰ ਨੇ, ਭਾਈ ਬਲਦੇਵ ਸਿੰਘ ਜੀ, ਤੇ ਉਹਨਾਂ ਦੇ ਨਾਲ ਬਾਕੀ ਹੋਰ 2 ਸਿੰਘ ਤਿਆਰ ਕਰਕੇ, ਤਿੰਨਾਂ ਦੇ ਨਾਲ 2 ਸਿੰਘ ਹੋਰ ਤਿਆਰ ਕਰਕੇ, ਗ੍ਰੰਥੀ ਸਿੰਘ ਹੋਰ ਵੀ ਹੈਗੇ ਨੇ। ਆ ਜਿਹੜੇ 2 ਨਿਕਲ ਗਏ, ਇਹਨਾਂ ਤੋਂ ਇਲਾਵਾ ਇਹ 5 ਪਿਆਰੇ 1-2 ਦਿਨਾਂ 'ਚ ਕੋਈ ਵੱਡਾ ਫੈਸਲਾ ਲੈ ਕੇ ਤੇ ਇਹਨਾਂ ਦੇ ਵਿਰੁੱਧ ਕਾਰਵਾਈ ਕਰਨਗੇ। ਔਰ ਉਹਨੇ ਸਭ ਤੋਂ ਵੱਡਾ ਕੁਕਰਮ ਜਿਹਨੇ ਕੀਤਾ ਆ, ਆਪਣੀ ਧੱਕੇ ਨਾਲ ਫੌਜ ਦੇ ਸਿਰ ਤੇ ਅੰਦਰ ਔਰ ਪੈਸੇ ਦੇ ਸਿਰ ਤੇ ਅੰਦਰ ਵੜਨ ਦਾ, ਉਹਦੇ ਖਿਲਾਫ ਵੀ ਕਾਰਵਾਈ ਸੰਗਤ ਨੇ ਅੱਜ ਲਿਖ ਕੇ ਦਿੱਤੀ ਆ। ਇਹਨੂੰ ਪੰਥ ਚੋਂ ਛੇਕਿਆ ਜਾਏ। ਇਹ ਪੰਥ ਦਾ ਬੰਦਾ ਨਹੀਂ ਹੋ ਸਕਦਾ ਜਿਹਨੂੰ ਗੁਰੂ ਦਾ ਰੱਤੀ ਭਰ ਵੀ ਡਰ ਨਾ ਹੋਵੇ। ਦੇਖੋ ਜੀ, ਇਹ ਤੋਂ ਪਹਿਲਾਂ ਵੀ ਕਈ ਕੁਕਰਮੇ ਕਰਦਾ ਸੀਗਾ। ਇਹਨੇ ਅੰਦਰ ਪਜਾਮਾ ਲਾ ਲਿਆ, ਪਜਾਮਾ ਲਾ ਕੇ ਉਹਨਾਂ ਹੱਥਾਂ ਨਾਲ ਗੁਰੂ ਕਲਗੀਧਰ ਦੇ ਦਰਬਾਰ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕੀਤਾ। ਇਸ ਨੂੰ ਕੋਈ ਮਾਸਾ ਜਿੰਨੀ ਵੀ ਉਸ ਗੱਲ ਦੀ ਕੋਈ ਭੈ ਜਾਂ ਕੋਈ ਸ਼ਰਧਾ ਜਾਂ ਕਿਸੇ ਗੱਲ ਦਾ ਡਰ ਜਾਂ ਗੁਰੂ ਦਾ ਭਉ ਬੋਲ ਕੇ ਇਸ ਵਿਅਕਤੀ ਨੂੰ ਨਹੀਂ ਹੈਗਾ। ਦੇਖੋ, ਤੁਸੀਂ ਆਓ ਕਿਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤੁਹਾਨੂੰ ਅਸੀਂ ਸਾਰੀਆਂ ਚੀਜ਼ਾਂ ਦੇ ਦਰਸ਼ਨ ਕਰਾਵਾਂਗੇ। ਨਿੱਜਰ ਸਾਹਿਬ,
ਉੱਥੇ ਜਦੋਂ ਪ੍ਰਕਰਮਾ ਕਰੀਏ, ਪ੍ਰਕਰਮਾ ਦੇ ਵਿੱਚ ਹੀ ਮਾਤਾ ਗੁਜਰੀ ਦਾ ਖੂਹ ਆ। ਜੀ ਜਿਹੜੇ ਖੂਹ ਨੇ ਦਾ ਪਾਣੀ ਸਵੇਰ ਤੋਂ ਲੈ ਕੇ ਰਾਤ ਤੱਕ ਤੇ ਰਾਤ ਤੋਂ ਲੈ ਕੇ ਦਿਨ ਤੱਕ 24 ਘੰਟੇ ਬਾਣੀ ਉਹਦੇ ਵਿੱਚ ਪੈਂਦੀ ਆ। ਤੇ ਉਹ ਅੰਮ੍ਰਿਤ ਤੋਂ ਪਵਿੱਤਰ ਚੀਜ਼ ਅੰਮ੍ਰਿਤ ਹੀ ਮੰਨਿਆ ਜਾ ਸਕਦਾ ਹੈ ਨਾ। ਜੀ ਜੀ ਹੈਲੋ ਜੀ ਜੀ ਮੈਂ ਸੁਣ ਉਹ ਰਿਹਾ ਅੰਮ੍ਰਿਤ ਜੀ। ਹੀ ਆ। ਔਰ ਸੰਗਤਾਂ ਇੰਨੀਆਂ ਸ਼ੀਸ਼ੀਆਂ 'ਚ ਉਹਨੂੰ ਪਾ ਕੇ ਆਪਣੇ ਘਰਾਂ 'ਚ ਖੜਦੀਆਂ ਨੇ ਉਸ ਖੂਹ ਦੇ ਪਾਣੀ ਨੂੰ। ਇਹ ਵਿਅਕਤੀ, ਇਹ ਜਿਹੜਾ ਅਖੌਤੀ ਜਥੇਦਾਰ ਸੀਗਾ, ਇਹ ਉੱਥੇ ਆਣ ਕੇ ਪੈਰ ਧੋਂਦਾ ਸੀ ਉਸ ਪਾਣੀ ਦੇ ਨਾਲ। ਇੱਥੋਂ ਜ਼ਿਆਦਾ ਤੁਸੀਂ ਕੀ ਮੰਨ ਸਕਦੇ ਹੋ ਇਸ ਬੰਦੇ ਦੀ ਕਿੰਨੀ ਸ਼ਰਧਾ ਹੋ ਸਕਦੀ ਹੈ ਉੱਥੇ। ਔਰ ਇਹ ਕਿਸੇ ਹੋਰ ਦੀ ਦੱਸੀ ਹੋਈ ਗੱਲ ਨਹੀਂ ਆ, ਇਸੇ ਸੁਖਦੇਵ ਦੀ ਦੱਸੀ ਹੋਈ ਗੱਲ, ਇਸੇ ਸੁਖਦੇਵ ਦੀ। ਇਹੀ ਸੁਖਦੇਵ ਜਿਹੜਾ ਅੱਜ ਉਹਨੂੰ ਚੰਗਾ ਕਹਿ ਰਿਹਾ ਨਾ, ਇਹੀ ਕਹਿੰਦਾ ਸੀ, ਕਹਿੰਦਾ ਮੈਂ ਤੇ ਉਹਦਾ ਸਿਰ ਪਾੜ ਦੇਵਾਂ। ਮੈਨੂੰ ਇੰਨਾ ਬੁਰਾ ਲੱਗਾ। ਕਹਿੰਦਾ ਸੀ ਇਹੀ ਸੁਖਦੇਵ ਸਾਨੂੰ ਕਹਿੰਦਾ ਸੀ ਕਿ ਇਹ ਉਹਦੇ ਪਾਣੀ ਨਾਲ, ਜਦੋਂ ਇਹਨੇ ਜਲ ਨਾਲ, ਪਵਿੱਤਰ ਜਲ ਨਾਲ, ਮਾਤਾ ਗੁਜਰੀ ਦੇ ਖੂਹ ਦੇ ਜਲ ਨਾਲ, ਜਿਹੜਾ ਮਿੱਠਾ ਜਲ ਪੂਰੀ ਦੁਨੀਆ ਤੇ ਲੋਕ ਨਿੱਕੀਆਂ ਸ਼ੀਸ਼ੀਆਂ 'ਚ ਪਾ ਕੇ, ਜਿਹੜਾ ਬੱਚਾ ਕੋਈ 13ਵਾਂ, ਜਿਸ ਤਰ੍ਹਾਂ 13ਵੇਂ ਦੇ ਵਿੱਚ ਅਸੀਂ ਅੰਮ੍ਰਿਤ ਛਕਾਉਂਦੇ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ, ਉਹਦੇ ਨਾਲ ਲੋਕ ਅੰਮ੍ਰਿਤ ਛਕਾਉਂਦੇ, ਉਹਦੇ ਨਾਲ ਹੀ ਆਪਣੇ ਪੈਰ ਧੋਂਦਾ ਸੀ। ਜੋਲ ਸਾਹਿਬ ਮੈਂ ਆਖਰੀ ਸਵਾਲ ਲਵਾਂਗਾ। ਕੀ ਕਹਿ ਸਕਦੇ ਹੋ ਇਹ ਬੰਦਾ ਕਿਸੇ ਪਾਸਿਓਂ ਸਿੱਖ ਹੈ? ਮੈਂ ਤੈਨੂੰ ਸਿੱਖ ਨਹੀਂ ਮੰਨਦਾ, ਇਹ ਪਹਿਰਾਵਾ ਇਹਦਾ ਸਿੱਖਾਂ ਵਾਲਾ ਹੈ। ਜੋਲ ਸਾਹਿਬ ਆਖਰੀ ਸਵਾਲ ਲਵਾਂਗਾ, ਇਹਨੂੰ ਬੜਾ 1-2 ਮਿੰਟ ਦੇ ਵਿੱਚ ਤੁਸੀਂ ਨਿਬੇੜ ਦੇਣਾ। ਮੈਂ ਕਹੂੰ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਹਾਡੇ ਕੋਲ ਕੁਐਸਚਨ ਆ ਕਿ ਤੁਸੀਂ ਕਿਉਂ ਨਹੀਂ ਇੱਕ ਡੈਲੀਗੇਸ਼ਨ ਬਣਾ ਕੇ ਤਖਤ ਪਟਨਾ ਸਾਹਿਬ ਦੀ ਸੰਗਤ ਵੱਲੋਂ ਬਤੌਰ ਤੁਸੀਂ ਉੱਥੋਂ ਦੇ ਮੈਂਬਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਉਂ ਨਹੀਂ ਆ ਕੇ ਮਿਲਦੇ? ਨਾਲੇ ਇਹਦਾ ਵੀ ਪਤਾ ਲੱਗ ਜਾਊਗਾ ਵੀ ਇਹ ਕਿੰਨੇ ਕੁ ਪਾਣੀ 'ਚ ਆ, ਵੀ ਕੀ ਕਾਰਵਾਈ ਕਰਦਾ। ਹੁਣ ਤੱਕ ਤਾਂ ਬੜੀ ਹੈਰਾਨੀ ਆ ਵੀ ਇੰਨਾ ਵੱਡਾ ਸ਼ਰਮਨਾਕ ਕਾਰਾ ਹੋ ਰਿਹਾ, ਨੰਗਾ ਚਿੱਟਾ ਹੋ ਰਿਹਾ ਸੰਗਤ ਦੇ ਵਿੱਚ, ਪੰਥ ਦੇ ਵਿੱਚ, ਤੇ ਜਥੇਦਾਰ ਸਿਵਾਏ ਬਾਦਲ ਦੀਆਂ ਚਾਪਲੂਸੀਆਂ ਕਰਨ ਤੋਂ ਬਿਨਾਂ ਇਹਨੂੰ ਕੋਈ ਕੰਮ ਹੀ ਨਹੀਂ ਰਹਿ ਗਿਆ। ਹੁਣ ਤੱਕ ਬੋਲਿਆ ਕਿਉਂ ਨਹੀਂ? ਇਹਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ? ਤੁਸੀਂ ਇੱਕ ਡੈਲੀਗੇਸ਼ਨ ਬਣਾ ਕੇ ਮਿਲਣਾ ਚਾਹੋਗੇ ਜਾਂ ਨਹੀਂ ਮਿਲਣਾ ਚਾਹੋਗੇ? ਨਹੀਂ, ਅਸੀਂ ਜਾਵਾਂਗੇ ਜੀ। ਅਸੀਂ ਦੇਖੋ ਜਿਹੜੇ ਸਰਵਉੱਚ ਪੋਸਟਾਂ ਤੇ ਬੈਠੇ ਸਾਡੀਆਂ, ਫਿਰ ਵੀ ਉਹ ਸਾਡੀਆਂ ਕੌਮ ਦੀਆਂ ਸਰਵਉੱਚ ਪੋਸਟਾਂ ਨੇ, ਭਾਵੇਂ ਜਿਸ ਤਰ੍ਹਾਂ ਵੀ ਨੇ। ਅਸੀਂ ਉਹਨਾਂ ਦੇ ਉੱਤੇ ਬੜੀ ਉਮੀਦ ਕਰਾਂਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਨਾਲ ਦੇ ਸਿੰਘਾਂ ਨਾਲ ਸਲਾਹ ਕਰਕੇ, ਪਹਿਲਾਂ ਤੇ ਇੱਥੇ ਕਿਹੜੀ ਗੱਲ ਨਿਬੜ ਸਕਦੀ ਆ ਉਹ ਨਿਬੇੜਾਂਗੇ। ਉਸ ਤੋਂ ਗਾਂ ਅਗਲੀ ਸਾਰੀਆਂ ਗੱਲਾਂ ਲੈ ਕੇ ਅਸੀਂ ਤਖਤ ਸ੍ਰੀ ਆਪਣਾ ਅਕਾਲ ਤਖਤ ਸਾਹਿਬ ਜ਼ਰੂਰ ਜਾਵਾਂਗੇ ਔਰ ਅਸੀਂ 5 ਤਖਤਾਂ ਦੇ ਜਥੇਦਾਰ ਗਾੜੀ ਹੀ ਫਰਿਆਦ ਲਾਵਾਂਗੇ ਕਿ ਇਹਦੇ ਉੱਤੇ ਉਚਿਤ ਕਾਰਵਾਈ ਕਰਕੇ ਪੰਥ ਨੂੰ ਇੱਕ ਚੰਗੀ ਸੇਧ ਔਰ 5 ਪਿਆਰਿਆਂ ਦੇ ਰੁਤਬੇ ਬਾਰੇ ਜਿਹੜੀ ਪਈ ਫਿੱਕ ਆ ਉਸ ਨੂੰ ਦੂਰ ਕੀਤਾ ਜਾਏ। ਜੌਲ ਸਾਹਿਬ ਤੁਸੀਂ ਸਮਾਂ ਦਿੱਤਾ, ਸੰਗਤ ਨੇ ਗੱਲਬਾਤ ਸੁਣੀ ਆ। ਸੰਗਤ ਹੁਣ ਥੋੜਾ ਜਿਹਾ ਖਿਆਲ ਕਰੇ। ਅੰਨੀ ਸ਼ਰਧਾ ਦੇ ਵਿੱਚ ਅੰਨੇ ਭਗਤ ਹੋ ਕੇ ਫੈਸਲੇ ਨਹੀਂ ਕਰੀਦੇ ਹੁੰਦੇ। ਗੁਰੂ ਸਾਹਿਬ ਨੇ ਖੁਦ ਵੀ ਕਿਹਾ ਵਾ, ਅਕਲ ਦੀ ਗੱਲ ਕੀਤੀ ਹੋਈ ਆ। ਗੁਰੂ ਸਾਹਿਬ ਨੇ ਇੱਕ ਸ਼ਬਦ ਆਉਂਦਾ ਹੈ ਗੁਰੂ ਸਾਹਿਬ ਦਾ, ਅਕਲੀ ਸਾਹਿਬ ਸੇਵੀ ਅਕਲੀ ਪਾਈ ਹੈ ਮਾਨ, ਅਕਲੀ ਪੜ ਕੇ ਬੁੱਝੀ ਅਕਲੀ ਕੀਜੈ ਦਾਨ। ਇਹਦਾ ਮਤਲਬ ਇਹ ਵੀ ਗੁਰੂ ਸਾਹਿਬ ਖੁਦ ਸਾਨੂੰ ਕਹਿੰਦੇ ਨੇ ਵੀ ਅੱਖਾਂ ਖੋਲ ਕੇ ਦਿਮਾਗ ਦੇ ਨਾਲ, ਅਕਲ ਦੇ ਨਾਲ ਸਾਰੇ ਕੰਮ ਕਰੋ। ਤੁਸੀਂ ਅੰਨੀ ਸ਼ਰਧਾ, ਇਹ 5 ਪਿਆਰਿਆਂ ਨੇ ਸਾਡੇ ਸਿਰ ਜਿਹੜੀ ਖੇਹ ਪਾਉਣੀ ਸੀ ਸਿੱਖਾਂ ਦੇ ਸਿਰ 'ਚ, ਤੁਹਾਡੇ ਸਾਹਮਣੇ ਪੈ ਚੁੱਕੀ ਆ। ਤੇ ਇਦੋਂ ਅੱਗੇ ਕੋਈ ਫਰਦਰ ਇਹ ਕਲੰਕ ਨਾ ਲਾਉਣ ਸਿੱਖਾਂ ਦੇ ਉੱਪਰ। ਤੁਸੀਂ ਪਹਿਲਾਂ ਹੀ ਜਾਗੋ, ਇਕੱਠੇ ਹੋਵੋ, ਏਕਤਾ ਬਣਾਓ, ਭਾਈਚਾਰਾ ਬਣਾਓ। ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਚਲੋ ਕਹਿਣ ਨੂੰ ਮੈਨੂੰ ਵੀ ਬਹੁਤ ਵਧੀਆ ਲੱਗਦਾ ਨੇ ਜਦੋਂ ਬੋਲਦੇ ਨੇ, ਉਹਨਾਂ ਦੇ ਬਿਆਨ ਕਈ ਬੜੇ ਸੁਲਝੇ ਹੋਏ ਹੁੰਦੇ ਨੇ, ਲੇਕਿਨ ਸਵਾਲ ਇਹ ਖੜਾ ਵੀ ਉਹ ਬਾਦਲ ਦੀ ਭਗਤੀ ਤੋਂ ਕਦੋਂ ਜਾਗਣਗੇ? ਉਹ ਕਦੋਂ ਗੁਰੂ ਦੀ ਭਗਤੀ ਵੱਲ, ਗੁਰੂ ਦੇ ਲੜ ਲੱਗਣਗੇ, ਗੁਰੂ ਦੀ ਗੱਲ ਕਰਨਗੇ? ਸਿਰਫ ਬਾਦਲ ਨੂੰ ਜਦੋਂ ਖਤਰਾ ਪੈਂਦਾ, ਜਥੇਦਾਰ ਨੂੰ ਉਦੋਂ ਚੇਤਾ ਆ ਜਾਂਦਾ ਵੀ ਹੁਣ ਮੈਂ ਕੌਮ ਨੂੰ ਨਾਲ ਕੋਈ ਸੰਦੇਸ਼ ਦੇਣਾ ਆ। ਇੱਥੇ ਤਖਤ ਪਟਨਾ ਸਾਹਿਬ ਦੀ ਜਿਹੜੀ ਇੱਜ਼ਤ ਆ, ਆਬਰੂ ਆ, ਉਹ ਤਾਰ-ਤਾਰ ਕੀਤੀ ਜਾ ਰਹੀ ਆ। ਉੱਥੋਂ ਦੇ ਅਖੌਤੀ ਜਿਹੜੇ ਪ੍ਰਚਾਰਕ ਕਹਿ ਲੋ, ਸੇਵਾਦਾਰ ਕਹਿ ਲੋ, ਤੇ ਆਪੇ ਹੀ ਬਣੇ ਪਤਾ ਨਹੀਂ ਕਿਸ ਕਿਸਮ ਦੇ 5 ਪਿਆਰੇ ਕਹਿਣ ਲੱਗਿਆ ਵੀ ਵਾਰ-ਵਾਰ ਡਰ ਵੀ ਲੱਗਦਾ ਵੀ ਇਹਨਾਂ ਲੋਕਾਂ ਨੂੰ ਸੰਬੋਧਨ ਕਿਵੇਂ ਕੀਤਾ ਜਾਵੇ, ਕਿਉਂਕਿ ਬਣ ਹੀ 5 ਪਿਆਰੇ ਚੁੱਕੇ ਸੀ, ਪਿਆਰੇ ਸੀ ਸਾਡੇ, ਅਸੀਂ ਰਿਸਪੈਕਟ ਕਰਦੇ ਸੀ, ਸਾਰਾ ਪੰਥ ਝੁਕਦਾ ਸੀ। ਗੁਰੂ ਗੋਬਿੰਦ ਸਿੰਘ ਨੇ ਵੀ ਇਹਨਾਂ ਲੋਕਾਂ ਦੇ ਅੱਗੇ ਸਿਰ ਨਿਭਾਇਆ 5 ਪਿਆਰਿਆਂ ਦੇ ਅੱਗੇ, ਪਰ ਇਹਨਾਂ ਨੇ ਕਲੰਕ ਲਵਾਇਆ। ਇਹ ਗੱਲ ਨੂੰ ਸਾਨੂੰ ਸਵੀਕਾਰ ਕਰਨਾ ਪਏਗਾ। ਹੁਣ ਇਹ ਗੱਲ ਇਸ ਤੋਂ ਅੱਗੇ ਨਾ ਜਾਵੇ। ਕੌਮ ਨੂੰ, ਸਿੱਖ ਜਥੇਬੰਦੀਆਂ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਆ। ਤਖਤ ਪਟਨਾ ਸਾਹਿਬ ਦੀ ਸੰਗਤ ਨੂੰ ਕੱਲਿਆਂ ਨਹੀਂ ਛੱਡਣਾ ਚਾਹੀਦਾ। ਪੰਜਾਬ ਦੀ ਸੰਗਤ ਉਹਨਾਂ ਦਾ ਸਹਿਯੋਗ ਕਰੇ, ਬਾਹਰਲੀ ਸੰਗਤ ਵੀ ਉਹਨਾਂ ਦਾ ਸਹਿਯੋਗ ਕਰੇ। ਕੱਲੇ ਤੁਸੀਂ ਉੱਥੇ ਡਾਲਰ ਭੇਜੀ ਜਾਓ, ਸੋਨਾ ਚੜਾਈ ਜਾਓ, ਉਹਦੇ ਨਾਲ ਗੱਲ ਨਹੀਂ ਬਣਨੀ। ਸਭ ਤੋਂ ਜ਼ਰੂਰੀ ਆ ਵੀ ਸਾਡੇ ਗੁਰੂ ਘਰਾਂ ਦੀ ਮਾਣ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ। ਜੇ ਮਾਣ ਮਰਿਆਦਾ ਕਾਇਮ ਰਹੇਗੀ ਤਾਂ ਹੀ ਸਾਡੇ ਚੜਾਏ ਗਏ ਸੋਨੇ, ਸਾਡਾ ਚੜਾਇਆ ਗਿਆ ਪੈਸਾ, ਸਾਡੇ ਲਵਾਏ ਗਏ ਲੰਗਰ ਸਾਰਥਕ ਹੋਣਗੇ।
ਨਹੀਂ ਤਾਂ ਇਸ ਕਿਸਮ ਦੀ ਖੇ ਵਾਰ-ਵਾਰ ਪੈਂਦੀ ਰਹੇਗੀ। ਜਿਵੇਂ ਮਹੰਤ ਨਰੈਣੂ ਹੁਣੀ ਪਹਿਲਾਂ ਕਾਬਜ ਹੋ ਗਏ, ਅਕਾਲ ਤਖਤ ਸਾਹਿਬ ਤੋਂ ਬਿਲਕੁਲ। ਜਨਰਲ ਡਵੈਰਾ ਉਹਨਾਂ ਨੂੰ ਸਰੋਪੇ ਵੀ ਦਿੱਤੇ ਜਾਂਦੇ ਰਹੇ ਨੇ, ਬਲਾਤਕਾਰੀਆਂ ਨੂੰ ਮਾਫੀ ਵੀ ਦਿੱਤੀ ਜਾਂਦੀ ਰਹੀ ਆ, ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਕਲੰਕ ਲਵਾਉਣੇ ਹਲੇ ਬਾਕੀ ਰਹਿ ਚੁੱਕੇ ਨੇ। ਪੰਥ ਦਰਦੀਆਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਪੰਥ ਦੇ ਵਿੱਚੋਂ ਛੇਕਿਆ ਵੀ ਜਾ ਚੁੱਕਿਆ। ਇਹਦੀ ਵੀ ਬੜੀਆਂ ਵੱਡੀਆਂ ਮਿਸਾਲਾਂ ਸਾਡੇ ਸਾਹਮਣੇ ਹੈਗੀਆਂ ਨੇ। ਇਸ ਕਰਕੇ ਸਮਾਂ ਰਹਿੰਦੇ ਅਸੀਂ ਆਪਸੀ ਭਾਈਚਾਰਾ, ਔਰ ਤਾਂ ਮੇਰੀ ਤਾਂ ਗੱਲ ਰਣਜੀਤ ਸਿੰਘ ਜੌਹਰ ਨੂੰ ਵੀ ਮੇਰੀ ਪਰਸਨਲ ਰਿਕੁਐਸਟ ਵੀ ਹੈ ਵੀ ਬਾਣੀ ਵਿੱਚ ਲਿਖਿਆ ਸੇਵਾ ਕਰਤ ਹੋਏ ਨੇ ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਜੇ ਤੁਸੀਂ ਸੇਵਾ ਹੀ ਕਰਨੀ ਹੈ, ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ, ਤੁਹਾਨੂੰ ਕੀ ਲੋੜ ਆ ਤਖਤਾਂ ਦੇ ਜਥੇਦਾਰ ਬਣਨ ਦੀ? ਤੁਸੀਂ ਵੈਸੇ ਸਿੱਧਾ ਸੰਗਤ ਦੇ ਕੋਲ ਜਾ ਕੇ ਪ੍ਰਚਾਰ ਕਰ ਸਕਦੇ ਹੋ। ਕਿਹੜਾ ਐਸਾ ਉੱਥੇ ਮਤਲਬ ਇੱਕ ਗੱਲ ਨਹੀਂ ਹੁੰਦੀ ਵੀ ਜਿੱਥੇ ਮਾਇਆ ਹੁੰਦੀ ਉੱਥੇ ਸੱਪ ਹੁੰਦਾ ਹੈ। ਤੁਸੀਂ ਆਪਣੇ ਆਪ ਨੂੰ ਸੱਪ ਦੇ ਰੂਪ ਦੇ ਵਿੱਚ ਜਾ ਕੇ ਕਿਉਂ ਉੱਥੇ ਸਥਾਪਿਤ ਹੋਣਾ ਚਾਹੁੰਦੇ ਜਿਵੇਂ ਤੁਹਾਨੂੰ ਪੈਸੇ ਦਾ ਲਾਲਚ ਆ? ਤਾਂ ਇੱਥੋਂ ਗੱਲ ਸਾਬਤ ਹੁੰਦੀ ਵੀ ਤੁਸੀਂ ਸੇਵਾ ਨਹੀਂ ਕਰਨਾ ਚਾਹੁੰਦੇ। ਔਰ ਜੇ ਮਹਾਰਾਜ ਨੇ ਕਹਿਤਾ ਖੁਦ ਵੀ ਤਿਸਕੋ ਹੋਤ ਪ੍ਰਾਪਤ ਸੁਆਮੀ, ਤਾਂ ਜੇ ਤੁਸੀਂ ਜਿਹੜੀ ਸੇਵਾ ਉੱਥੇ ਕਾਬਜ ਹੋ ਕੇ ਕਰਨਾ ਚਾਹੁੰਦੇ, ਤੁਹਾਡੇ ਉੱਪਰ ਗੁਰੂ ਦੀ ਕਿਰਪਾ ਨਹੀਂ ਹੋਣੀ, ਇਹ ਗੱਲ ਤੁਸੀਂ ਮੰਨ ਲਓ। ਕਿਉਂਕਿ ਜਦੋਂ ਗੁਰੂ ਜਸਪਾਲ ਤੇਗ ਜੀ, ਬਹਾਦਰ ਸਾਹਿਬ ਨੇ ਵੀ ਜਦੋਂ ਆਏ ਸੀ ਤਾਂ ਅਕਾਲ ਤਖਤ ਸਾਹਿਬ ਤੇ ਜਾਣ ਨਹੀਂ ਸੀ ਦਿੱਤਾ ਗਿਆ। ਉਸ ਸਮੇਂ ਦੇ ਜਿਹੜੇ ਪੁਜਾਰੀ ਸੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਅਸੀਂ ਨਹੀਂ ਜਾਂਦੇ। ਉਹਨਾਂ ਨੇ ਪ੍ਰਚਾਰ ਕਰਨਾ ਸੀ, ਕੌਮ ਦੀ ਗੱਲ ਕਰਨੀ ਸੀ, ਮਨੁੱਖਤਾ ਦੀ ਗੱਲ ਕਰਨੀ ਸੀ। ਉੱਥੇ ਜ਼ਰੂਰੀ ਨਹੀਂ ਸੀ ਵੀ ਉਹ ਤਖਤ ਅਕਾਲ ਤਖਤ ਤੇ ਸਾਹਿਬ ਤੇ ਜਾ ਕੇ ਕੀਤੀ ਜਾਂਦੀ। ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਵਾਕਈ ਕੌਮ ਦੇ ਸੱਚੇ ਸੇਵਾਦਾਰ ਹੋ ਤਾਂ ਤੁਸੀਂ ਮਾੜੀ ਮੋਟੀ ਸ਼ਰਮ ਕਰ ਲਓ। ਤੁਸੀਂ ਕੁਛ ਤਾਂ ਲਿਹਾਜ਼ ਕਰੋ ਵੀ ਤੁਸੀਂ ਕਿਸ ਹੱਦ ਤੱਕ ਕੌਮ ਨੂੰ ਨਮੋਸ਼ੀ ਵਾਲੇ ਪਾਸੇ ਧੱਕ ਰਹੇ ਹੋ। ਜੌਲ ਸਾਹਿਬ ਕੁਝ ਕਹਿਣਾ ਚਾਹੁੰਦੇ ਸੀ, ਆਖਰੀ 10-20-30 ਸੈਕਿੰਡ ਦੇ ਵਿੱਚ ਤੁਸੀਂ ਆਪਣੀ ਗੱਲ ਕਰੋ। ਮੈਂ ਕਿਹਾ ਜਿਹੜੇ ਭਗਤ ਨਰੈਣੂ ਦੀ ਤੁਸੀਂ ਗੱਲ ਕੀਤੀ ਨਾ, ਅੱਜ ਦੇ ਦਿਨ 'ਚ ਭਗਤ ਨਰੈਣੂ ਦੀ ਸ਼ਕਲ ਦੇਖਣੀ ਹੋਵੇ ਤੇ ਰਣਜੀਤ ਸਿੰਘ ਗੌਰ ਦੇ ਰੂਪ 'ਚ ਹੀ ਦੇਖ ਸਕਦੇ ਆ। ਬੰਦੇ ਮਾਰਨ 'ਚ ਤੇ ਮਰਵਾਉਣ 'ਚ ਇਹਨੇ ਕੋਈ ਕਸਰ ਨਹੀਂ ਛੱਡੀ। ਹੁਣ ਦੇਖੋ ਜੀ, ਜਿਹੜੇ ਮਰਿਆਦਾ ਨੂੰ ਮੰਨਦੇ ਉਹ ਤੇ ਮਰਨ ਤੱਕ ਜਾਣਗੇ ਨਾ ਜੀ, ਭਾਵੇਂ ਇਹਦੇ ਕੋਲ ਪੁਲਿਸ ਆ, ਭਾਵੇਂ ਇਹਦੇ ਕੋਲ ਫੌਜ ਆ। ਉਹ ਜਦੋਂ ਇਹ ਗਲਤ ਕੰਮ ਕਰੇਗਾ ਇਹਦੇ ਕੋਲ ਜਾਣਗੇ, ਗੋਲੀਆਂ ਵੱਜਣੀਆਂ ਆ। ਕਿਸੇ ਦਿਨ ਜੇ ਬੰਦਾ ਨਾ ਉੱਥੋਂ ਟਲਿਆ, ਨਾ ਜਲਦੀ ਸੈਂਟਰ ਗਵਰਨਮੈਂਟ ਨੇ ਇਹਦੀਆਂ ਬਾਡੀਗਾਰਡ ਤੋਂ ਹਟਾਏ, ਤੇ ਕਿਸੇ ਦਿਨ ਬਹੁਤ ਵੱਡਾ ਹਾਦਸਾ ਸੈਂਕੜੇ ਸਿੱਖਾਂ ਦੇ ਕਤਲ ਨਾਲ ਹੋ ਕੇ ਇਹ ਬੰਦਾ ਉੱਥੋਂ ਨਿਬੜੇਗਾ। ਇਹ ਮੈਂ ਬੇਨਤੀ ਕਰਦਾ ਤੁਹਾਡੇ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਤੇ ਪ੍ਰਧਾਨ ਮੰਤਰੀ ਨੂੰ ਵੀ ਤੁਸੀਂ ਸਿਕਿਉਰਿਟੀ ਦੇਣ ਤੋਂ ਪਹਿਲਾਂ ਕਿਸੇ ਨੂੰ ਵੇਖ ਲਓ ਵੀ ਬੰਦੇ ਦੀ ਉਸ ਦੀ ਕੀ ਕੀਮਤ ਹੈ ਤੇ ਕਾਹਦੇ ਵਾਸਤੇ ਮੰਗਦਾ ਹੈ, ਕਿਉਂ ਮੰਗਦਾ ਹੈ। ਹੁਣੇ ਸਿਕਿਉਰਿਟੀ ਲੈ ਕੇ ਇੱਥੇ ਗੁੰਡਾਗਰਦੀ ਕਰ ਰਿਹਾ, ਜਲਦੀ ਤੋਂ ਜਲਦੀ ਇਹਨੂੰ ਹਟਾਇਆ ਜਾਏ। ਕੋਈ